ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ परमात्म की मौज। जब लग खालसा रह न्यारा तब लग तेज दियो मैं सारा। जब एह गह विप्रन की रीत मैं न करूँ इनकी प्रतीत। बेसुमार अथाह अगनत अतुल्य जो बुलावहो त्यों नानक दास बोलै। मूक उचरै शास्त्र खट पिंग गिरन चढ़ जाय। अंध लखै बदरो सुनै जो काल कृपा कराए। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी गुरु प्यारी गुरु सवारी साध संगत जीओ। अंतरयामी सतगुरु जुगो जुग अटल गुरता गदी ते शुभाए मान। चवर छत्र तख्त ते मालक दसां पातशाहियां दी आत्मक जोत। धन धन साहिब श्री गुरु ग्रंथ साहिब महाराज सच्चे पातशाह जी दी किरपा रहमत हो रही है। सतगुरु जी दी मेहर नूं प्राप्त करदिआं होइआं सतगुरु दे चरण परस रहे हाँ। गुरु चरनां दी धूड़ी मत्थे नूं ला रहे हाँ। गुरुद्वारा साहिब गुरशब्द प्रकाश नगर कंग साबू विखे ਆਪਾਂ ਸਾਰੇ ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਦੇ ਵਿੱਚ ਜੁੜ ਬੈਠੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੇ ਗ੍ਰੰਥੀ ਸਿੰਘ ਜੀ ਦੇ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ। ਇਸੇ ਪ੍ਰਕਾਰ 12 ਮਾਹਾਂ ਦਾ ਪਾਠ ਜੋ ਦੁਨੀਆ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਸੰਗਰਾਂਦ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਕੀਤਾ ਜਾਂਦਾ ਹੈ। ਸੋ ਆਪ ਜੀ ਨੇ 12 ਮਾਹਾਂ ਦਾ ਪਾਠ ਸਰਵਣ ਕੀਤਾ। ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਸਰਵਣ ਕਰਕੇ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਅਰਦਾਸ ਉਪਰੰਤ ਕੁਝ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਬੈਠ ਕੇ ਗੁਰਬਾਣੀ ਗੁਰਮਤਿ ਵਿਚਾਰ ਗੁਰ ਇਤਿਹਾਸ ਦੀ ਕਥਾ ਨੂੰ ਸਰਵਣ ਕਰਨ ਦਾ ਮੌਕਾ ਮਿਲਿਆ ਹੈ। ਆਓ ਜਿੰਨਾ ਸਮਾਂ ਸਤਿਗੁਰੂ ਜੀ ਆਪਣੀ ਕਿਰਪਾ ਸਦਕਾ ਆਪਣੇ ਚਰਨਾਂ ਦੇ ਵਿੱਚ ਬੈਠਣ ਦਾ ਬਖਸ਼ਿਸ਼ ਕਰਦੇ ਹਨ, ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕੀ ਬਾਣੀ ਦੀ ਕਥਾ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੁੜੀਏ। ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਓ ਇੱਕ ਵਾਰੀ ਫਿਰ ਆਪਾਂ ਗੱਜ ਵੱਜ ਕੇ ਗੁਰਫਤਿਹ ਦੀ ਸਾਂਝ ਰਸਨਾ ਦੀ ਸਫਲਤਾ ਅਰਥੇ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਵਿਸ਼ੇਸ਼ ਕਰਕੇ ਜੁੜ ਬੈਠੇ ਹੋ ਜਾਂ ਜਿੱਥੋਂ ਤੱਕ ਸਪੀਕਰਾਂ ਦੀ ਆਵਾਜ਼ ਜਾ ਰਹੀ ਹੈ, ਬੜੇ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੁਬਾਰਾ ਫਿਰ ਅਰਜ਼ ਕਰਾਂ ਜੀ, ਜਿੰਨੀ ਸੰਗਤ ਬੈਠੀ ਹੈ ਸਾਰਿਆਂ ਦੀ ਆਵਾਜ਼ ਨਹੀਂ ਆਈ। ਕਿਰਪਾ ਕਰਕੇ ਸਾਰੇ ਗੁਰਫਤਿਹ ਦੇ ਵਿੱਚ ਉੱਚੀ ਗੱਜ ਵੱਜ ਕੇ ਬੋਲੋ, ਕਿਉਂਕਿ ਸਤਿਗੁਰੂ ਜੀ ਨੇ ਜੋ ਇਹ ਖਾਲਸਾ ਸਜਾਇਆ ਔਰ ਜੋ ਖਾਲਸਾ ਸਾਜਨਾ ਦਿਵਸ ਦਾ ਆਪਾਂ ਦਿਹਾੜਾ ਅੱਜ ਮਨਾ ਰਹੇ ਹਾਂ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ। ਸੋ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਜੀ ਕੀ ਹੀ ਫਤਿਹ ਬਖਸ਼ਿਸ਼ ਕੀਤੀ ਹੈ। ਇਹ ਕਿਸੇ ਬੰਦੇ ਦੀ ਫਤਿਹ ਨਹੀਂ ਹੈ, ਇਹ ਕਿਸੇ ਕਥਾਵਾਚਕ ਦੀ ਫਤਿਹ ਨਹੀਂ ਹੈ, ਕਿਸੇ ਰਾਗੀ ਦੀ ਫਤਿਹ ਨਹੀਂ, ਕਿਸੇ ਢਾਡੀ ਦੀ ਫਤਿਹ ਨਹੀਂ, ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਤਿਹ ਨਹੀਂ ਹੈ। ਇਹ ਵਾਹਿਗੁਰੂ ਜੀ ਕੀ ਫਤਿਹ ਹੈ। ਸੋ ਦੁਬਾਰਾ ਫਿਰ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ੇਸ਼ ਸਮਾਗਮ ਕੰਗ ਸਾਬੂ ਨਗਰ ਦੀਆਂ ਸੰਗਤਾਂ ਨੇ ਉਲੀਕਿਆ ਹੈ, ਦੁਨੀਆ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਹੈ, ਇਹਨਾਂ ਦਿਨਾਂ ਵਿੱਚ ਥੋੜ੍ਹਾ ਦਿਨਾਂ ਦਾ ਕਈ ਵਾਰੀ
हेर फेर हो सकता, अगे पिछे हो सकते आ आपो अपने समय की सहूलत के मुताबिक। सो सारे ही खालसा साजना दिवस पूरी दुनिया भर दे विच बड़ी शानो शौकत दे नाल, बड़ी चढ़दी कला, बड़े जाहो जलाल दे सहित मनाया जाता है। क्योंकि अज दा जिहड़ा दिहाड़ा है गुरमुख प्यारिओ, ये साडा जन्म दिन है, खालसे का जन्म दिन है, सिख कौम का जन्म दिन है। मैं सारिਆਂ तो पहला ये आप जी के चरणों में अर्ज करा कि असी बहुत वड्डे भागां वाले हाँ जिन्हां नूं सिखां दे घरां विच जन्म मिलिया है। ते साहिब श्री गुरु गोबिंद सिंह साहिब महाराज सच्चे पातशाह जी ने साडे उत्ते तरस करके सानूं अमृत की दात बख्शिश कीती है। होर वडभागे असी इस करके हाँ क्योंकि दुनिया दे विच कौमां बहुत है, मजहब बहुत है, धर्म बहुत है, पंथ बहुत है, कोई शुमार नहीं है, कोई गिणती नहीं है। पर इक्को एक सिख कौम है, इक्को एक खालसा पंथ है जिन्हों अपने जन्मदिन का पता है कि साडा जन्म 1 वैसाख 1756 बिक्रमी नूं भाव 1699 की विसाखी नूं होया है। नहीं तो दुनिया विच किसी कौम नूं नहीं पता कि साडा जन्मदिन कदों हुंदा है। इस करके असी वड्डियां भागां वाले हैं। दूजी गल, दुनिया दीयां कौमां जिहड़ियां ना गुरमुख प्यारिओ, ਉਹ ਆਪੋ ਆਪਣੇ ਗੁਰੂਆਂ ਪੀਰਾਂ ਰਹਿਬਰਾਂ ਰਾਜੇ ਮਹਾਰਾਜਿਆਂ ਤੋਂ ਚੱਲੀਆਂ, ਉਹਨਾਂ ਦੇ ਪੁਰਖਿਆਂ ਤੋਂ ਚੱਲੀਆਂ। ਪਰ ਇੱਕੋ ਇੱਕ ਖਾਲਸਾ ਪੰਥ ਹੈ ਜਿਹੜਾ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਇਹ ਖਾਲਸਾ ਇਹ ਮੇਰੀ ਫੌਜ ਨਹੀਂ, ये अकाल पुरख की फौज है और परमात्मा की मर्जी दे विच, उहदे हुक्म दे विच, उहदी रजा दे विच मैं इहनूं प्रगट कीता है। सो जिहड़ा पैदा ही अकाल पुरख वाहिगुरू की रजा विच होया है, उहदे हुक्म दे नाल जिहड़ा प्रगट होया है, गुरमुख प्यारे उहनूं खत्म कौन कर सकदा है। इत्थे दुनिया दे उत्ते बड़े वड्डे वड्डियां ने जोर ला लिया खालसे नूं खत्म करन दे लई, पर वो खत्म करन दे मनसूबे घड़न वाले आप खत्म हो गए। खालसा उन्हां तो खत्म नहीं होया ते ना ही होना है, क्योंकि खालसा जन्मिया नहीं, खालसा प्रगट होया है। तो गुरमुख प्यारिओ, जिहड़ी चीज़ प्रगट हुंदी है वो अलोप होई होई चीज़ प्रगट हुंदी है, जिहदा जन्म हुंदा उहदी मौत हुंदी है। तो सतगुरां ने प्रगट कीता है, क्योंकि खालसा सिर्फ एक लिबास का नां नहीं है, एक भेख का नां नहीं है। सतगुर ने सानू खालस सरूप दिता है, खालस गुण दिते हैं, खालस जीवन दिता है। सानू सिद्धे एक अकाल पुरख वाहिगुरू दे नाल जोड़िया। दुनिया के धर्मां दे विच किते पत्थरां दी पूजा हुंदी है, किते सप्पां दी पूजा हुंदी है, किते दरख्तां दी पूजा हुंदी है, कोई मड़ियां नूं पूजदा है, कोई कबरां दे उत्ते चादरां चढ़ाउंदा फिरदा है, कोई पुੱਛਿਆ देण वाले सिर घुमाउण वालियां दे गोडे फड़दा फिरदा है। इसे तरह कोई देहधारी गुरुआं दे डेरिਆਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਚੌਂਕੀਆਂ ਭਰਦਾ ਫਿਰਦਾ, ਕੰਨਾਂ ਵਿੱਚ ਮੰਤਰ ਲੈਂਦਾ ਫਿਰਦਾ ਹੈ, ਅਖੇ ਜੀ ਸਾਡਾ ਨਾਮ ਸ਼ਬਦ ਲੈ ਲਓ, ਕੋਈ ਲਾਈਟਾਂ ਜਗਾਉਂਦਾ ਫਿਰਦਾ ਹੈ। ਗੁਰਮੁਖ ਪਿਆਰੋ, ਬੜੇ ਤਰ੍ਹਾਂ ਤਰ੍ਹਾਂ ਦੇ ਇਹ ਦੁਨੀਆ ਦੇ ਉੱਤੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਹ ਖਾਲਸਾ ਪੈਦਾ ਕੀਤਾ, ਇਹਨੂੰ ਇੱਕ ਅਕਾਲ ਦੇ ਪੁਜਾਰੀ ਬਣਾਇਆ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾ ਆਨੈ, पूर्ण प्रेम प्रतीत सजै ब्रत गोर, मड़ी मट भूल ना मानै। गुरु के सिखा तू बरत नहीं रखने, तू मड़ियां मसाणा नूं भुल के भी नहीं मनना, गलती नाल भी नहीं मनना। ते गुरमुख प्यारिओ, अज ख्याल करिओ, आपां खालसे दा साजना दिवस मना रहे हैं कि असीं ऐसे खालसे बन गए जिस तरह के खालसे सतगुरु ने सानू बनाया सी। कि असीं अपना जन्मदिन मनाउण दे योग हाँ, कि असी वाकई विच खालसा हाँ, जिस तरह का खालसा धन श्री गुरु गोबिंद सिंह साहिब महाराज सच्चे पातशाह ने प्रगट किया। और इस खालसे पंथ की चढ़ती कला दे लई हुक्म कर दिता कि सुखी बसै मोरो परवारा, सेवक सिख सभै करतारा। आ सानू खालसिਆਂ ਨੂੰ, सानू सिखां ਨੂੰ ਜਿਉਂਦੇ जागदे रखण दे लई, इज्जत आबरो पत दे नाल जिਉਂਦੇ रखण दे लई कलगीधर दशमेश पिता सतगुरु श्री गुरु गोबिंद सिंह साहिब महाराज ने अपना सरबंस कुर्बान कर दिता। अपने लखते जिगर दे 4 टुकड़े, 4 साहिबजादे साडे उत्तों कुर्बान करके जदों मातावां ने तख्त श्री दमदमा साहिब की धरती ते पुछया सी
ਮਹਾਰਾਜ ਸੱਚੇ ਪਾਤਸ਼ਾਹ ਸਾਡੇ ਲਾਲ ਨਜ਼ਰ ਨਹੀਂ ਆਉਂਦੇ, ਸਾਡੇ ਪੁੱਤਰ ਦਿਖਾਈ ਨਹੀਂ ਦਿੰਦੇ, ਉਹ ਕਿੱਥੇ ਹਨ? ਤੇ ਕਲਗੀਧਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਹੀ ਵਡੇਰਿਆਂ ਵੱਲ ਹੱਥ ਕਰਕੇ ਕਿਹਾ ਸੀ ਨਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਨੂੰ ਜਿਉਂਦਿਆਂ ਰੱਖਣ ਵਾਸਤੇ, ਸਾਨੂੰ ਜਿਉਂਦਿਆਂ ਵਿੱਚ ਕਰਨ ਵਾਸਤੇ, ਕਿਉਂਕਿ ਜਿਉਂਦੇ ਤਾਂ ਲੋਕ ਪਹਿਲਾਂ ਵੀ ਸਨ, ਪਰ ਸਰੀਰ ਦਾ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜ਼ਮੀਰ ਮਾਰ ਕੇ ਗੁਰਮੁਖ ਪਿਆਰਿਓ ਜ਼ਿੰਦਗੀ ਜੀਵੀ ਜਾਂਦੀ ਹੈ। 20ਵੀਂ ਸਦੀ ਦੇ ਮਹਾਨ ਸਿੱਖ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਕਸਰ ਹੀ ਬਚਨ ਕਰਿਆ ਕਰਦੇ ਸਨ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਜ਼ਮੀਰ ਮਰਨਾ ਮੌਤ ਹੈ, ਸਰੀਰ ਦਾ ਮਰਨਾ ਮੌਤ ਨਹੀਂ। ਤੇ ਗੁਰਮੁਖ ਪਿਆਰਿਓ, ਉਸ ਵੇਲੇ ਦੀ ਤਰਾਸਦੀ ਕੈਸੀ ਸੀ, ਕੈਸੀ ਵਿਡੰਬਨਾ ਸੀ ਦੁਨੀਆ ਦੇ ਵਿੱਚ। ਗੁਰਮੁਖ ਪਿਆਰਿਓ, ਜਿਹੜੇ ਧਰਮ ਚੱਲ ਰਹੇ ਸਨ ਉਹਨਾਂ ਸਮਿਆਂ ਦੇ ਵਿੱਚ, ਇੱਕ ਤੇ ਅਹਿੰਸਾ ਪਰਮੋ ਧਰਮ ਦੇ ਨਾਅਰੇ ਲਾ ਕੇ ਇੰਨੇ ਕੁ ਕਾਇਰ ਬਣ ਚੁੱਕੇ ਸਨ ਕਿ ਉਹਨਾਂ ਦੇ ਜੇ ਕੋਈ ਇੱਕ ਚਪੇੜ ਜਰਵਾਣਾ ਆ ਕੇ ਮੂੰਹ ਤੇ ਜੜ ਦਿੰਦਾ ਤਾਂ ਉਹ ਦੂਜੀ ਸਾਈਡ ਆਪਣੇ ਆਪ ਅਗਾਂਹ ਕਰ ਦਿੰਦੇ ਸਨ ਕਿ ਲੈ ਇੱਧਰ ਵੀ ਮਾਰ ਲਾ, ਅਸੀਂ ਤਾਂ ਸ਼ਾਂਤੀ ਦੇ ਉਪਾਸ਼ਕ ਹਾਂ, ਅਸੀਂ ਹਥਿਆਰ ਨਹੀਂ ਚੁੱਕਣੇ। ਪਰ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਣ ਇੱਜ਼ਤ ਅਣਖ ਦੇ ਨਾਲ, ਆਬਰੂ ਦੇ ਸਹਿਤ, ਸਵੈਮਾਨ ਦੇ ਸਹਿਤ ਸਾਨੂੰ ਜਿਉਣਾ ਸਿਖਾਉਣ ਦੇ ਵਾਸਤੇ ਖੰਡੇ ਕੀ ਪਾਹਲ ਸਾਨੂੰ ਬਖਸ਼ਿਸ਼ ਕੀਤੀ। ਤੇ ਗੁਰਮੁਖ ਪਿਆਰਿਓ, ਐਵੇਂ ਨਹੀਂ ਇਹ ਸਰਦਾਰੀਆਂ ਸਿੰਘ ਜਾਂ ਕੌਰ ਲਫ਼ਜ਼ ਸਾਡੇ ਨਾਮ ਦੇ ਨਾਲ ਲੱਗ ਗਿਆ, ਸਾਡੇ ਵਡੇਰਿਆਂ ਨੂੰ ਬੜੀਆਂ ਵੱਡੀਆਂ ਕੀਮਤਾਂ ਤਾਰਨੀਆਂ ਪਈਆਂ ਇਹਦੇ ਵਾਸਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੁੱਚਾ ਸਰਬੰਸ ਭੇਟਾ ਕਰ ਦਿੱਤਾ ਇਸ ਅੰਮ੍ਰਿਤ ਦੀ, ਇਸ ਖਾਲਸੇ ਦੀ ਬਾਬਤ, ਖਾਲਸੇ ਪੰਥ ਦੇ ਵਾਸਤੇ, ਇਹਨੂੰ ਜਿਉਂਦਿਆਂ ਰੱਖਣ ਵਾਸਤੇ। ਜਰਾ ਇਤਿਹਾਸ ਵੱਲ ਨਜ਼ਰ ਮਾਰੀਏ। ਅੱਜ ਜਿੱਥੇ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹੈ, ਉੱਥੇ ਮੌਸਮੀ ਤਿਉਹਾਰ ਕਰਕੇ ਇਹਨੂੰ ਵਿਸਾਖੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਵਿਸਾਖੀ ਬਹੁਤ ਸਮਾਂ ਪਹਿਲਾਂ ਤੋਂ ਗੁਰੂ ਘਰਾਂ ਦੇ ਵਿੱਚ ਔਰ ਸਾਡੇ ਭਾਰਤ ਵਰਸ਼ ਖਾਸ ਕਰਕੇ ਪੰਜਾਬ ਦੇ ਵਿੱਚ ਮਨਾਈ ਜਾਣੀ ਸ਼ੁਰੂ ਹੋ ਗਈ ਸੀ, ਕਿਉਂਕਿ ਵਾਢੀ ਦੀ ਰੁੱਤ ਹੁੰਦੀ ਹੈ, ਕਣਕਾਂ ਪੱਕੀਆਂ ਹੁੰਦੀਆਂ, ਤੇ ਇਸ ਮੌਸਮ ਦੇ ਵਿੱਚ ਗੁਰਮੁਖ ਪਿਆਰਿਓ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਤੇ ਕਈ ਇਲਾਕਿਆਂ ਦੇ ਵਿੱਚ ਪਹਿਲਾਂ ਵੱਢ ਲਈ ਜਾਂਦੀ ਹੈ, ਕਣਕ ਕੱਢ ਲਈ ਜਾਂਦੀ ਹੈ, ਤੇ ਕੰਮਕਾਰ ਤੋਂ ਵਿਹਲੇ ਹੋ ਕੇ ਲੋਕ ਫਿਰ ਆਪਣੇ ਐਂਟਰਟੇਨਮੈਂਟ ਵਾਸਤੇ, ਆਪਣੇ ਮਨੋਰੰਜਨ ਵਾਸਤੇ, ਕੰਮਾਂ ਕਾਰਾਂ ਦੀ ਥਕਾਵਟ ਲਾ ਕੇ ਆਪਣੇ ਸਰੀਰ ਨੂੰ, ਆਪਣੇ ਮਾਈਂਡ ਨੂੰ, ਆਪਣੇ ਮਨ ਨੂੰ ਤਰੋ ਤਾਜ਼ਾ ਕਰਨ ਵਾਸਤੇ ਮੇਲਿਆਂ ਦੇ ਰੂਪ ਦੇ ਵਿੱਚ ਇਕੱਤਰ ਹੁੰਦੇ ਸਨ। ਜਗ੍ਹਾ ਜਗ੍ਹਾ ਦੇ ਉੱਤੇ ਇਹ ਮੇਲੇ ਲੱਗਦੇ ਸਨ। ਪਰ 1699 ਦੀ ਵਿਸਾਖੀ ਨੂੰ, 1756 ਬਿਕਰਮੀ ਨੂੰ, 1 ਵਿਸਾਖ ਨੂੰ ਜਿਹੜਾ ਮੇਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗ ਗਿਆ ਗੁਰਮੁਖ ਪਿਆਰਿਓ, ਉਸ ਤੋਂ ਬਾਅਦ ਇਹਦਾ ਰੂਪ ਬਦਲ ਗਿਆ। ਕਿਉਂਕਿ ਸਤਿਗੁਰੂ ਨੇ ਬੜੇ ਤਿਉਹਾਰਾਂ ਦੇ ਰੂਪ ਬਦਲੇ ਹੈ। ਜਿਵੇਂ ਹੋਲੀ ਤੋਂ ਸਾਨੂੰ ਹੋਲਾ ਮਹੱਲਾ ਦਿੱਤਾ, ਇਸੇ ਤਰ੍ਹਾਂ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ, ਔਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਚੜ੍ਹਦੀ ਕਲਾ ਦੇ ਪ੍ਰਤੀਕ ਬੋਲੇ ਬਖਸ਼ਿਸ਼ ਕੀਤੇ ਹੈ। ਦੁਨੀਆ ਦੇ ਲੋਕ ਕਹਿੰਦੇ ਆ ਵੀ ਬੁਖਾਰ ਚੜ੍ਹ ਗਿਆ, ਖਾਲਸੇ ਕਹਿੰਦੇ ਆ ਵੀ ਆਕੜ ਭੰਨ ਹੋ ਗਿਆ। ਦੁਨੀਆ ਦੇ ਲੋਕ ਕਹਿੰਦੇ ਉਹ ਫਲਾਣੇ ਨੂੰ ਡੰਡਾ ਮਾਰਿਆ, ਸਿੰਘ ਕਹਿੰਦੇ ਅਕਲ ਦਾਨ ਦਿੱਤਾ ਹੈ। ਦੁਨੀਆ ਦੇ ਲੋਕ ਜੇ ਕੋਈ ਅੱਖੋਂ ਮੁਨੱਖ ਹੈ, ਉਹਨੂੰ ਨਜ਼ਰ ਨਹੀਂ ਆਉਂਦਾ, ਦਿਖਾਈ ਨਹੀਂ ਦਿੰਦਾ, ਤੇ ਉਹਨੂੰ ਅੰਨਾ ਕਹਿ ਕੇ ਉਹਦਾ ਤਿਰਸਕਾਰ ਕਰਦੇ ਹੈ। ਪਰ ਗੁਰੂ ਘਰ ਦੇ ਵਿੱਚ ਸਤਿਗੁਰ ਨੇ ਬੋਲਾ ਬਖਸ਼ਿਸ਼ ਕੀਤਾ ਖਾਲਸਿਆਂ ਨੇ ਕਿ ਇਹ ਅੰਨਾ ਨਹੀਂ, ਇਹ ਸੂਰਮਾ ਸਿੰਘ ਹੈ। ਕੋਈ ਕਾਣਾ ਹੋਵੇ ਤੇ ਉਹਨੂੰ ਆਖਿਆ ਜਾਂਦਾ ਇਹ ਲੱਖ ਨੇਤਰਾ ਹੈ। ਕੋਈ ਲੰਗੜਾ ਲੂਲਾ ਹੋਵੇ ਤੇ ਉਹਨੂੰ ਇਹ ਨਹੀਂ ਕਿਹਾ ਜਾਂਦਾ ਇਹ ਲੰਗਾ ਹੈ, ਇਹ ਲੰਗ ਮਾਰ ਕੇ ਤੁਰਦਾ, ਇਹ ਲੰਗੜਾਉਂਦਾ ਹੈ, ਇਹ ਪਿੰਗਲਾ ਹੈ। ਨਹੀਂ, ਗੁਰੂ ਘਰ ਦੇ ਵਿੱਚ ਆਖਿਆ ਜਾਂਦਾ ਹੈ ਕਿ ਇਹ ਲੰਗੜਾ ਨਹੀਂ, ਇਹ ਸੁਚਾਲਾ ਸਿੰਘ ਹੈ। ਭਾਵ ਜੇ ਕੋਈ ਕਿਸੇ ਗੱਲੋਂ ਹੀਣਾ ਵੀ ਹੈ, ਕਿਸੇ ਅੰਗੋਂ ਹੀਣਾ ਵੀ ਹੈ, ਤੇ ਉਹਨੂੰ ਗੁਰਮੁਖ ਪਿਆਰਿਓ ਉਹਦਾ ਉਹੋ ਜਿਹਾ ਨਾਂ ਲੈ ਕੇ ਉਹਦਾ ਤਿਰਸਕਾਰ ਨਹੀਂ ਕੀਤਾ ਜਾਂਦਾ, ਉਹਦੇ ਮਨ ਵਿੱਚ ਹੀਣ ਭਾਵਨਾ ਨਹੀਂ ਪੈਦਾ ਕੀਤੀ ਜਾਂਦੀ, ਸਗੋਂ ਚੜ੍ਹਦੀ ਕਲਾ ਵੱਲ ਲੈ ਕੇ ਜਾਇਆ ਜਾਂਦਾ ਹੈ। ਤੇ ਸਤਿਗੁਰ ਨੇ ਚੜ੍ਹਦੀ ਕਲਾ ਵਾਲਾ ਖਾਲਸਾ ਪੰਥ ਪ੍ਰਗਟ ਕੀਤਾ ਹੈ, ਚੜ੍ਹਦੀ ਕਲਾ ਦੀ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਚੜ੍ਹਦੀ ਕਲਾ ਦਾ ਬਾਣਾ ਬਖਸ਼ਿਸ਼ ਕੀਤਾ ਹੈ। ਤੇ ਗੁਰਮੁਖ ਪਿਆਰਿਓ, ਸਤਿਗੁਰ ਦੀਆਂ ਇੰਨੀਆਂ ਬਖਸ਼ਿਸ਼ਾਂ ਨੂੰ ਜੇ ਅੱਜ ਅਸੀਂ ਪ੍ਰਾਪਤ ਕਰਨ ਤੋਂ ਵਾਂਝੇ ਹਾਂ,
ਅਸੀਂ ਚੜ੍ਹਦੀ ਕਲਾ ਵਿੱਚ ਨਹੀਂ, ਅਸੀਂ ਢਹਿੰਦੀ ਕਲਾ ਵੱਲ ਜਾ ਰਹੇ ਹਾਂ। ਤੇ ਕਸੂਰ ਸੋਚੋ ਫਿਰ ਕਿਹਦਾ? ਸਤਿਗੁਰ ਨੇ ਤੇ ਕੋਈ ਘਾਟ ਨਹੀਂ ਰੱਖੀ ਨਾ। ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ ਦਿੱਤੀ। ਗੁਰੂ ਘਰ ਦੇ ਵਿੱਚ ਵਿਸਾਖੀ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਚੱਠ ਕੀਤੀ ਤੇ ਉਸ ਦਿਨ ਵੀ ਗੁਰਮੁਖ ਪਿਆਰੋ ਵਿਸਾਖੀ ਦਾ ਦਿਨ ਸੀ। ਉਹ ਦਿਨ ਵੀ ਵਿਸਾਖੀ ਵਿਸ਼ੇਸ਼ ਕਰਕੇ ਇੱਥੇ ਗੋਇੰਦਵਾਲ ਸਾਹਿਬ ਵਿਖੇ ਮਨਾਈ ਜਾਣ ਲੱਗੀ। ਉਸ ਤੋਂ ਬਾਅਦ ਗੁਰਮੁਖ ਪਿਆਰਿਓ ਹੋਰ ਵੀ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸਮੇਂ ਇਹ ਤਿਉਹਾਰ ਪ੍ਰਚਲਿਤ ਰਿਹਾ, ਪਰ ਐਨ ਸਿਖਰਾਂ ਦੇ ਉੱਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ। ਜਰਾ ਇਤਿਹਾਸ ਨੂੰ ਵਿਸਥਾਰ ਦੇ ਨਾਲ ਲੈ ਲਈਏ ਆਪਾਂ। 1699 ਦੀ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਜਾਂ 1756 ਜੋ ਬਿਕਰਮੀ ਸੰਮਤ ਬਣਦਾ ਹੈ, 1 ਵਿਸਾਖ ਤੋਂ ਕਈ ਦਿਨ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲਿਖਾਰੀਆਂ ਦੇ ਪਾਸੋਂ ਹੁਕਮਨਾਮੇ ਲਿਖਵਾਏ। ਆਪਣੇ ਮੁਖਾਰਬਿੰਦ ਤੋਂ ਸੁਨੇਹਾ ਉਚਾਰਨ ਕਰਕੇ ਵੱਖ-ਵੱਖ ਸੰਗਤਾਂ ਨੂੰ ਭੇਜੇ। ਤੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਹੀ, ਵਿਸਾਖੀ ਤੋਂ ਕਈ ਦਿਨ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ। ਬੜੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ, ਕਿਉਂਕਿ ਸਤਿਗੁਰੂ ਜੀ ਦਾ ਵਿਸ਼ੇਸ਼ ਸੱਦਾ, ਵਿਸ਼ੇਸ਼ ਹੁਕਮ ਗਿਆ ਸੀ। ਇਸ ਕਰਕੇ ਸੰਗਤਾਂ ਦੀ ਬਹੁਤ ਵੱਡੀ ਇਕੱਤਰਤਾ ਹੋਈ। ਗੁਰੂ ਕੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚੀਆਂ। ਸਵੇਰੇ ਅੰਮ੍ਰਿਤ ਵੇਲੇ ਦੀਵਾਨ ਸਜਿਆ। ਸਜੇ ਹੋਏ ਦੀਵਾਨ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਉਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਮੇਸ਼ਾ ਹੀ ਸਤਿਗੁਰੂ ਜੀ ਸਣ ਕੇ ਸੀ ਇਸ਼ਨਾਨ ਕਰਦੇ, ਸਰੀਰ ਦੇ ਉੱਤੇ ਸੁੰਦਰ ਵਸਤਰ ਸਜਾ ਕਰਕੇ, 5 ਕਕਾਰ ਧਾਰਨ ਕਰਕੇ, ਸ਼ਸਤਰ ਵਸਤਰ ਪਹਿਨ ਕੇ, ਕਿਉਂਕਿ ਸਤਿਗੁਰੂ ਜੀ ਤਾਂ ਹਮੇਸ਼ਾ ਹੀ ਸਨੱਧਬੱਧ ਸ਼ਸਤਰਧਾਰੀ ਯੋਧੇ ਸਨ, ਛਤਰੀ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਦਰਬਾਰ ਦੇ ਵਿੱਚ ਪਹੁੰਚੇ। ਪੰਡਾਲ ਦੇ ਵਿੱਚ ਪਹੁੰਚ ਕੇ ਉੱਚੀ ਸਟੇਜ ਸਜੀ ਹੋਈ ਹੈ, ਪੰਡਾਲ ਲੱਗਿਆ ਹੋਇਆ ਹੈ। ਦੀਵਾਨ ਦੇ ਵਿੱਚ ਸਤਿਗੁਰੂ ਜੀ ਜਦੋਂ ਪਹੁੰਚੇ, ਤੰਬੂ ਦੇ ਵਿੱਚੋਂ ਬਾਹਰ ਆਏ। ਬਾਹਰ ਆਉਂਦੇ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਮਿਆਨ ਦੇ ਵਿੱਚੋਂ ਸ਼ਰਰ ਕਰਦੀ ਹੋਈ ਸ਼ਮਸ਼ੀਰ ਖਿੱਚੀ ਹੈ। ਤੇ ਸ਼ਮਸ਼ੀਰ ਦੀ ਲਿਸ਼ਕ ਗੁਰਮੁਖ ਪਿਆਰਿਓ ਇੰਨੀ ਪਈ ਜਿਵੇਂ ਬਿਜਲੀ ਲਿਸ਼ਕਦੀ ਹੁੰਦੀ ਆ ਬੱਦਲਾਂ ਦੇ ਵਿੱਚ। ਅੱਖਾਂ ਚੁੰਧਿਆ ਗਈਆਂ ਵੇਖਣ ਵਾਲਿਆਂ ਦੀਆਂ। ਕੁਝ ਦੇਰ ਸਟੇਜ ਦੇ ਉੱਤੇ ਆ ਕੇ ਸਤਿਗੁਰੂ ਜੀ ਖਾਮੋਸ਼ ਖੜੇ ਰਹੇ। ਫਿਰ ਸਤਿਗੁਰਾਂ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਸ਼੍ਰੀ ਮੁਖ ਵਾਕ ਉਚਾਰਨ ਕੀਤਾ। ਕਹਿਣ ਲੱਗੇ, ਐ ਗੁਰੂ ਨਾਨਕ ਦੀ ਇਹ ਸੰਗਤੇ, ਗੁਰੂ ਘਰ ਨੂੰ ਅੱਜ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਕੋਈ ਹੋਵੇ ਗੁਰੂ ਕਾ ਪਿਆਰਾ ਸਿੱਖ ਜਿਹੜਾ ਆ ਤਲਵਾਰ ਦੀ ਭੇਟਾ ਆਪਣਾ ਸਿਰ ਕਰੇ, ਗੁਰੂ ਨਾਨਕ ਸਾਹਿਬ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨਗੇ। ਸਤਿਗੁਰਾਂ ਦੀ ਇਹ ਆਵਾਜ਼ ਸੁਣ ਕੇ ਸਾਰੇ ਪੰਡਾਲ ਦੇ ਵਿੱਚ ਸਨਾਟਾ ਛਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀਏ ਸੇਵਕ ਜਿਹੜੇ ਸਤਿਗੁਰੂ ਜੀ ਦਾ ਰੋਜ਼ਨਾਮਚਾ ਡਾਇਰੀ ਰੋਜ਼ਾਨਾ ਦੀ ਲਿਖਿਆ ਕਰਦੇ ਸਨ, ਭਾਈ ਹਰ ਸਿੰਘ ਜੀ, ਉਹਨਾਂ ਦੀ ਇੱਕ ਰਚਨਾ ਗੁਹਜ ਕਥਾ ਹੈ। ਉਸ ਗੁਹਜ ਕਥਾ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਉਸ ਦਿਨ ਵਿਸਾਖੀ ਦੇ ਉੱਤੇ ਮਾਖੋਵਾਲ ਨਗਰ ਵਿੱਚ, ਕਿਉਂਕਿ ਪਹਿਲਾਂ ਮਾਖੋਵਾਲ ਨਗਰ ਦੀ ਇਹ ਜ਼ਮੀਨ ਮੁੱਲ ਲੈ ਕੇ ਪਹਾੜੀ ਰਾਜਿਆਂ ਤੋਂ, ਰਾਜੇ ਦੀਪ ਚੰਦ ਦੀ ਰਾਣੀ ਤੋਂ, ਰਾਣੀ ਚੰਪਾ ਤੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਅਨੰਦਪੁਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਵਸਾਇਆ। ਤੇ ਉਹ ਮਾਖੋਵਾਲ ਦੇ ਇਲਾਕੇ ਵਿੱਚ ਪਹਿਲਾਂ ਵੀ ਇਹ ਮੇਲਾ ਲੱਗਦਾ ਸੀ ਵਿਸਾਖੀ ਦਾ, ਪਰ ਅੱਜ ਦੀ ਵਿਸਾਖੀ ਵਿਸ਼ੇਸ਼ ਹੋ ਨਿਬੜੀ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਨੇ ਗਰਜਵੀਂ ਆਵਾਜ਼ ਦੇ ਵਿੱਚ ਆਖਿਆ ਕਿ ਮੇਰੀ ਆ ਤਲਵਾਰ ਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਕੋਈ ਗੁਰੂ ਨਾਨਕ ਦਾ ਪਿਆਰਾ ਜਿਹੜਾ ਆ ਕੇ ਆਪਣਾ ਸੀਸ ਭੇਟਾ ਕਰੇ। ਜਦੋਂ ਇਹ ਆਵਾਜ਼ ਸੁਣੀ ਸਨਾਟਾ ਛਾ ਗਿਆ। ਆਪਸ ਵਿੱਚ ਘੁਸਰ ਮੁਸਰ ਹੋਣ ਲੱਗੀ। ਹੌਲੀ ਹੌਲੀ ਗੱਲਾਂ ਬਾਤਾਂ ਕਰਦੇ ਆ ਸਿੱਖ ਬੈਠੇ ਜਿਹੜੇ ਪੰਡਾਲ ਵਿੱਚ, ਵੀ ਸਤਿਗੁਰ ਸੱਚੇ ਪਾਤਸ਼ਾਹ ਤਾਂ ਜ਼ਿੰਦਗੀਆਂ ਬਖਸ਼ਣ ਵਾਲੇ ਆ, ਤੇ ਅੱਜ ਸਤਿਗੁਰੂ ਜੀ ਸਿੱਖਾਂ ਦੀ ਜਾਨ ਲੈਣ ਦੀ ਗੱਲ ਕਰ ਰਹੇ ਆ, ਸਿਰ ਲੈਣ ਦੀ ਗੱਲ ਕਰ ਰਹੇ ਆ। ਇਹ ਕੈਸਾ ਵਰਤਾਰਾ ਹੈ। ਸਤਿਗੁਰਾਂ ਨੇ ਕੁਝ ਚਿਰ ਉਡੀਕਣ ਤੋਂ ਬਾਅਦ ਦੂਜੀ ਵਾਰ ਫਿਰ ਆਵਾਜ਼ ਦਿੱਤੀ, ਗੁਰੂ ਨਾਨਕ ਦੀ ਇਹ ਸੰਗਤ, ਗੁਰੂ ਨਾਨਕ ਦੇ ਘਰ ਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਕੋਈ ਗੁਰੂ ਕਾ ਸਿੱਖ ਜਿਹੜਾ ਆ ਕੇ ਮੇਰੀ ਆ ਤਲਵਾਰ ਦੀ ਭੇਟਾ ਆਪਣਾ ਸਿਰ ਕਰੇ। ਫਿਰ ਸਨਾਟਾ ਛਾ ਗਿਆ। ਕਈਆਂ ਨੇ ਸੋਚਿਆ
ਵੀ ਚੰਗਾ ਭਲਾ ਗੁਰੂ ਘਰ ਦੇ ਵਿੱਚ ਰਹਿੰਦੇ ਸੀ, ਲੰਗਰ ਪਾਣੀ ਛਕਦੇ ਸੀ, ਕੜਾਹ ਪ੍ਰਸ਼ਾਦ ਛਕਦੇ ਸੀ ਤੇ ਬੜਾ ਵਧੀਆ ਮਾਹੌਲ ਸੀ। ਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਵਚਨ ਕਰਨ ਲੱਗ ਪਏ, ਕਿੱਧਰ ਨੂੰ ਚੱਲ ਪਏ, ਪਰ ਸਹਿਮੇ ਹੋਏ ਜੇ ਬੈਠੇ ਰਹੇ। ਇੰਨੇ ਨੂੰ ਗੁਰਮੁਖ ਪਿਆਰਿਓ ਸਤਿਗੁਰੂ ਗੁਰਦੇਵ ਨੇ ਤੀਜੀ ਦਫਾ ਫਿਰ ਗਰਜਵੀਂ ਆਵਾਜ਼ ਦੇ ਵਿੱਚ ਆਖਿਆ ਕਿ ਐ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖ ਸੰਗਤ ਜੀਓ, ਗੁਰੂ ਘਰ ਦੇ ਵਿੱਚ ਅੱਜ ਸਿੱਖੀ ਦੀ ਪਰਖ ਹੋਣ ਲੱਗੀ ਹੈ ਤੇ ਵੇਖਦੇ ਆ ਪਰਖ ਦੇ ਵਿੱਚ ਪੂਰਾ ਕੌਣ ਉਤਰਦਾ ਹੈ। ਇੱਕ ਸਿਰ ਦੀ ਲੋੜ ਹੈ, ਕੋਈ ਉੱਠੇ ਗੁਰੂ ਨਾਨਕ ਦਾ ਸਿੱਖ ਆ ਤਲਵਾਰ ਦੀ ਭੇਟਾ ਆਪਣਾ ਸਿਰ ਕਰੇ, ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਜਦੋਂ ਤੀਜੀ ਵਾਰ ਸਤਿਗੁਰਾਂ ਨੇ ਇਹ ਆਵਾਜ਼ ਦਿੱਤੀ ਤੇ ਗੁਰਮੁਖ ਪਿਆਰਿਓ ਸੰਗਤ ਦੇ ਵਿੱਚੋਂ ਇੱਕ ਸਿੱਖ ਉੱਠ ਕੇ ਖੜਾ ਹੋਇਆ ਤੇ ਸਟੇਜ ਵੱਲ ਨੂੰ ਵਧਿਆ, ਜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਨਮਸਕਾਰ ਕਰ ਦਿੱਤੀ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀਓ, ਜਿਸ ਦਿਨ ਆਪ ਜੀ ਦੇ ਸਿੱਖ ਬਣੇ ਸੀ ਉਸੇ ਦਿਨ ਤੋਂ ਤਨ ਮਨ ਧਨ ਆਪ ਜੀ ਨੂੰ ਸੌਂਪ ਦਿੱਤਾ ਸੀ। ਗੁਸਤਾਖੀ ਦੇ ਲਈ ਖਿਮਾ ਚਾਹੁੰਦਾ ਹੈ, ਆਪ ਜੀ ਨੂੰ 2 ਵਾਰ ਪਹਿਲਾਂ ਕਹਿਣਾ ਪਿਆ, ਪਹਿਲੇ ਬੋਲ ਨਹੀਂ ਉੱਠ ਸਕਿਆ। ਇਹ ਸੀਸ ਆਪ ਜੀ ਦਾ ਹੈ, ਆਪ ਜੀ ਕੱਟ ਲਵੋ। ਸਤਿਗੁਰੂ ਜੀ ਨੇ ਉਹ ਭਾਈ ਦਇਆ ਰਾਮ ਜੀ ਜਿਹੜੇ ਲਾਹੌਰ ਦੇ ਖੱਤਰੀ ਸਨ ਤੇ ਵੱਡੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਕਥਾ ਦੇ ਵਿੱਚ ਵਰਣਨ ਕੀਤਾ ਹੈ ਕਿ ਜਿਹੜੇ ਇਹ ਪੰਜੇ ਪਿਆਰੇ ਆ ਨਾ, ਇਹ ਕਿਸ ਕਿਸ ਦੇ ਅਵਤਾਰ ਸਨ, ਉਹ ਵੀ ਉਹਨਾਂ ਨੇ ਨਾਲ ਦੱਸਿਆ। ਰਾਮਚੰਦਰ ਜੀ ਦੇ ਪੁੱਤਰ ਲਹੂ ਦੇ ਲਵ ਦੇ ਅਵਤਾਰ ਭਾਈ ਦਇਆ ਸਿੰਘ ਜੀ, ਕਿਉਂਕਿ ਉਹ ਲਵ ਵੀ ਚਾਹੁੰਦਾ ਸੀ ਕਿ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਪਵਾਂ, ਆਪਣੇ ਜਨਮ ਨੂੰ ਸਫਲਾ ਕਰਾਂ। ਆ ਕੇ ਭਗਤੀ ਤਪੱਸਿਆ ਕੀਤੀ, ਫਿਰ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਹੋਏ, ਚਰਨਾਂ ਵਿੱਚ ਰਹਿਣ ਦਾ ਮੌਕਾ ਮਿਲਿਆ। ਭਾਈ ਦਇਆ ਰਾਮ ਨੇ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਿਰ ਤੁਹਾਡਾ ਕੱਟ ਲਵੋ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਕਿ ਗੁਰੂ ਕੇ ਸਿੱਖਾ ਕਿਸੇ ਗੱਲੋਂ ਦੁਖੀ ਹੋ ਕੇ ਤਾਂ ਨਹੀਂ ਆਇਆ, ਮੈਂ ਸੱਚਮੁੱਚ ਇਹ ਤਲਵਾਰ ਦੇ ਨਾਲ ਸੀਸ ਕੱਟ ਦੇਣਾ ਹੈ। ਤੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਸਿਰ ਹੀ ਤੁਹਾਡਾ, ਜੋ ਮਰਜ਼ੀ ਕਰੋ ਇਹਦੇ ਨਾਲ। ਸਤਿਗੁਰਾਂ ਨੇ ਬਾਹੋਂ ਫੜਿਆ, ਭਾਈ ਦਇਆ ਰਾਮ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਲਹੂ ਭਿੱਜੀ ਕਿਰਪਾਨ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਬਾਹਰ ਆਏ। ਹੁਣ ਜਿਹੜੇ ਬਾਹਰ ਬੈਠੇ ਕੁਝ ਸੋਚਾਂ ਦੇ ਵਿੱਚ ਇਸ ਤਰ੍ਹਾਂ ਹੀ ਸੋਚ ਰਹੇ ਸੀ ਵੀ ਸ਼ਾਇਦ ਸਤਿਗੁਰੂ ਜੀ ਵੈਸੇ ਹੀ ਸਿੱਖੀ ਦੀ ਪਰਖ ਕਰਦੇ ਹੋਣੇ ਆ, ਬਚਨ ਕਰਕੇ ਵੈਸੇ ਬੁਲਾਉਂਦੇ ਹੋਣੇ ਆ। ਉਹਨਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ, ਹੱਥ ਪੈਰ ਫੁੱਲ ਗਏ ਤੇ ਕਈ ਤਾਂ ਭੱਜ ਉੱਠੇ ਚੱਲਦੇ ਦੀਵਾਨ ਦੇ ਵਿੱਚੋਂ ਹੀ। ਭੱਜ ਕੇ ਮਸੰਦਾਂ ਨੇ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਜਾ ਬੇਨਤੀ ਕੀਤੀ, ਮਾਤਾ ਜੀ ਬੜਾ ਅਨਰਥ ਹੋਣ ਲੱਗਿਆ ਹੈ। ਜਿਸ ਗੁਰੂ ਨਾਨਕ ਦੇ ਮਹਾਰਾਜ ਦੀ ਸਿੱਖੀ ਨੂੰ 9 ਪਾਤਸ਼ਾਹ ਬੜੀ ਸ਼ਿੱਦਤ ਦੇ ਨਾਲ ਸਾਂਭਦੇ ਆਏ ਹੈ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਸਿੱਖਾਂ ਨੂੰ ਵੱਢਣ ਲੱਗੇ ਹੋਏ ਹੈ। ਤਲਵਾਰ ਦੇ ਉੱਤੋਂ ਲਹੂ ਨਿਚੜਦਾ ਦੇਖ ਕੇ ਤੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਅੰਦਰ ਮਸੰਦਪੁਣਾ ਘਰ ਕਰ ਚੁੱਕਿਆ ਸੀ ਨਾ, ਤੇ ਸਿਰਫ ਛਕਣ ਛਕਾਉਣ ਵਾਲੇ ਸੀ, ਗਿਆਨੀ ਗਿਆਨ ਸਿੰਘ ਜੀ ਕਥਨ ਕਰਦੇ ਆ, ਕਹਿੰਦੇ ਜੋ ਛਕੂਏ ਕੁਣਕੇ ਕੇ ਉਹ ਭਾਗ ਗਏ ਇੱਕ ਠੁਣਕੇ ਸੀ। ਕਹਿੰਦੇ ਉਹ ਤਾਂ ਬਸ ਸਤਿਗੁਰਾਂ ਦੇ ਪਹਿਲੇ ਵਾਰ ਦੇ ਨਾਲ ਹੀ ਜਦੋਂ ਦੇਖਿਆ ਨਾ ਕੌਤਕ ਵੀ ਸਤਿਗੁਰ ਨੇ ਸੱਚਮੁੱਚ ਸਿਰ ਵੱਢ ਦਿੱਤਾ ਤੇ ਉਹ ਭੱਜ ਨਿਕਲੇ, ਕਿਤੇ ਸਾਡੀ ਵਾਰੀ ਨਾ ਆ ਜਾਵੇ। ਗੁਰਮੁਖ ਪਿਆਰਿਓ ਭੱਜੇ, ਮਾਤਾ ਜੀ ਕੋਲ ਗਏ। ਮਾਤਾ ਜੀ ਨੇ ਕੁਝ ਸਿੱਖਾਂ ਦੀ ਡਿਊਟੀ ਲਾਈ ਕਿ ਜਾਓ ਦੇਖ ਕੇ ਆਓ ਮੇਰੇ ਲਾਲ ਗੋਬਿੰਦ ਰਾਏ ਜੀ ਕੀ ਕੌਤਕ ਵਰਤਾ ਰਹੇ ਹੈ, ਕਿਉਂਕਿ ਉਸ ਵੇਲੇ ਸਤਿਗੁਰਾਂ ਦਾ ਨਾਮ ਗੋਬਿੰਦ ਰਾਏ ਸੀ। ਗੋਬਿੰਦ ਸਿੰਘ ਕਦੋਂ ਬਣਦਾ ਹੈ ਉਹ ਆਪਾਂ ਅੱਗੇ ਵਿਚਾਰਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੁੜ ਸਟੇਜ ਦੇ ਉੱਤੇ ਆ ਕੇ ਆਖਿਆ ਕਿ ਗੁਰੂ ਨਾਨਕ ਦੇ ਘਰ ਨੂੰ ਇੱਕ ਸਿਰ ਦੀ ਹੋਰ ਲੋੜ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪਰਖ ਕੀਤੀ ਸੀ ਨਾ, ਤੇ ਪਰਖ ਕਰਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣਾ ਦਿੱਤਾ ਸੀ। ਚੋਣ ਕੀਤੀ ਸੀ ਉੱਥੇ ਇੱਕ ਦੀ। ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ 5 ਦੀ ਚੋਣ ਕਰਨ ਲੱਗੇ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਫੁਲਵਾੜੀ ਲਾਈ ਸੀ, ਉਸ ਫੁਲਵਾੜੀ ਨੂੰ ਅੱਜ ਪੰਥ ਖਾਲਸਾ ਰੂਪੀ ਫਲ ਲੱਗਣ ਲੱਗਿਆ। ਗੁਰਮੁਖ ਪਿਆਰਿਓ, ਦੂਜੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਬਾਹਰ ਆਏ ਤੰਬੂ ਤੋਂ ਸਟੇਜ ਤੇ, ਗਰਜਵੀਂ ਆਵਾਜ਼ ਵਿੱਚ ਫਿਰ ਉਹੀ ਬਚਨ ਦੁਹਰਾਇਆ। ਤਾਂ ਇਸ ਵੇਲੇ ਦਿੱਲੀ ਦੇ ਹਸਤਨਾਪੁਰ ਦਾ ਰਹਿਣ ਵਾਲਾ ਇੱਕ ਜਾਟ, ਗੁਰਮੁਖ ਪਿਆਰਿਓ ਇੱਕ ਜੱਟ ਭਾਈ ਧਰਮਚੰਦ ਜੀ ਸਾਹਮਣੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਖਿਮਾ ਚਾਹੁੰਦਾ ਕਿ ਆਪ ਜੀ ਨੂੰ ਦੁਬਾਰਾ ਇੱਥੇ ਆ ਕੇ ਕਹਿਣਾ ਪਿਆ, ਆਪ ਜੀ ਦੇ ਪਹਿਲੇ ਬਚਨ ਦੇ ਨਾਲ ਨਹੀਂ ਉੱਠ ਸਕੇ।
ਇਹ ਸਿਰ ਆਪ ਜੀ ਦਾ ਹੈ, ਆਪ ਜੀ ਵੱਢ ਲਵੋ। ਸਤਿਗੁਰ ਸੱਚੇ ਪਾਤਸ਼ਾਹ ਤੰਬੂ ਵਿੱਚ ਲੈ ਕੇ ਗਏ ਭਾਈ ਧਰਮਦਾਸ ਜਾਂ ਭਾਈ ਧਰਮਚੰਦ ਨੂੰ, ਤਲਵਾਰ ਚੱਲੀ, ਲਹੂ ਲਿਬੜੀ ਸ਼ਮਸ਼ੀਰ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਬਾਹਰ ਆ ਗਏ। ਤੀਜੀ ਦਫਾ ਆਵਾਜ਼ ਦੇਣ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਹਿੰਮਤ ਰਾਏ ਆਇਆ, ਜਗਨਨਾਥਪੁਰੀ ਉੜੀਸਾ ਦਾ ਰਹਿਣ ਵਾਲਾ। ਤੇ ਗੁਰਮੁਖ ਪਿਆਰਿਓ, ਇਹ ਜਿਹੜੇ ਭਾਈ ਧਰਮਚੰਦ ਜੀ ਸਨ ਨਾ, ਇਹ ਮਹਾਂਪੁਰਖਾਂ ਨੇ ਬਚਨ ਕੀਤੇ ਆ ਕਿ ਇਹ ਭਗਤ ਧੰਨਾ ਜੀ ਦੇ ਅਵਤਾਰ ਸਨ। ਸੋ ਉਹਨਾਂ ਨੇ ਵੀ ਭਗਤੀ ਭਾਵੇਂ ਪਹਿਲੇ ਜਨਮ ਵਿੱਚ ਬਹੁਤ ਕੀਤੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੇ ਵਿੱਚ ਸੇਵਾ ਕਰਨ ਹਿੱਤ ਉਹਨਾਂ ਦੁਬਾਰਾ ਜਨਮ ਲਿਆ, ਹੋਰ ਭਗਤੀ ਤਪੱਸਿਆ ਕਰਕੇ ਗੁਰੂ ਕੇ ਪਿਆਰੇ ਬਣੇ। ਤੀਜੇ ਭਾਈ ਹਿੰਮਤ ਰਾਏ ਜੀ ਆਏ, ਜਿਹੜੇ ਕਿ ਗੁਰਮੁਖ ਪਿਆਰਿਓ ਫੰਦਕ ਦਾ ਅਵਤਾਰ ਸਨ। ਗੁਰਮੁਖ ਪਿਆਰਿਓ, ਇਹ ਫੰਦਕ ਇੱਕ ਸ਼ਿਕਾਰੀ ਸੀ, ਜੰਗਲ ਦੇ ਵਿੱਚ ਇਹਨੇ ਸ਼ਿਕਾਰ ਕਰਨੇ। ਤੇ ਗੁਰਮੁਖ ਪਿਆਰਿਓ, ਇੱਕ ਦਿਨ ਸ਼ਿਕਾਰ ਕਰਦਿਆਂ ਇਹਨੂੰ ਕੋਈ ਸ਼ਿਕਾਰ ਲੱਭਦਾ ਨਹੀਂ ਸੀ। ਉੱਥੇ ਇੱਕ ਇਹਨਾਂ ਨੇ ਚੰਦਰਕਾ ਮੁਨੀ ਬੈਠਾ ਹੋਇਆ ਵੇਖਿਆ, ਭਗਤੀ ਕਰਦਾ, ਤਪੱਸਿਆ ਕਰਦਾ ਰਿਖੀ। ਮਨੋ ਮਨੀ ਉਹਦੇ ਚਰਨਾਂ ਵਿੱਚ ਅਰਦਾਸ ਕਰ ਲਈ ਕਿ ਅੱਜ ਜੇਕਰ ਸ਼ਿਕਾਰ ਬਹੁਤਾ ਪ੍ਰਾਪਤ ਹੋਇਆ ਤੇ ਚੌਥਾ ਹਿੱਸਾ ਇਹਨਾਂ ਨੂੰ ਭੇਟਾ ਕਰਕੇ ਜਾਵਾਂਗਾ। ਉਸ ਦਿਨ ਇਹਦੇ ਜਾਲ ਵਿੱਚ ਬਹੁਤ ਸਾਰੇ ਪੰਛੀ ਫਸੇ, ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਕੀਤਾ ਤੇ ਚੌਥੇ ਹਿੱਸੇ ਦੇ ਪੰਛੀ ਆ ਕੇ ਇਹ ਸ਼ਿਕਾਰੀ ਨੇ, ਇਹ ਫੰਦਕ ਨੇ ਚੰਦਰਕਾ ਮੁਨੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤੇ। ਆਖਿਆ ਕਿ ਤੂੰ ਤਾਂ ਬੜਾ ਵੱਡਾ ਬਾਬਾ ਹੈ, ਬੜਾ ਵੱਡਾ ਰਿਖੀ ਹੈ, ਬੜਾ ਤਪਸਵੀ ਸੰਤ ਹੈ, ਤੇਰੀਆਂ ਤਾਂ ਅਰਦਾਸਾਂ ਪੂਰੀਆਂ ਹੁੰਦੀਆਂ ਜਿਹੜੀਆਂ ਤੇਰੇ ਚਰਨਾਂ ਵਿੱਚ ਕਰ ਦਈਏ। ਤੇ ਉਹ ਰਿਖੀ ਨੇ ਆਖਿਆ ਵੀ ਇਹ ਤੂੰ ਪਾਪ ਕਰਕੇ ਜਾਨਵਰਾਂ ਨੂੰ ਫੜ ਕੇ ਮੇਰੇ ਕੋਲ ਲੈ ਕੇ ਆਇਆ। ਤੇ ਉਹਨਾਂ ਨੇ ਭਗਤੀ ਵਾਲੇ ਪਾਸੇ ਲਾਉਣ ਵਾਸਤੇ ਵਚਨ ਕਰ ਦਿੱਤਾ, ਕਹਿੰਦੇ ਮੈਂ ਤੈਨੂੰ ਤਾਂ ਮੰਨਾਂਗਾ, ਤੇਰੀ ਭੇਟਾ ਤਾਂ ਸਵੀਕਾਰ ਕਰਾਂਗਾ ਜੇਕਰ ਤੂੰ ਮੈਨੂੰ ਚਤੁਰਭੁਜ ਪੰਛੀ ਲਿਆ ਕੇ ਦੇਵੇਂ। ਤੇ ਹੁਣ ਜੇਕਰ ਕੋਈ ਚਤੁਰਭੁਜ ਪੰਛੀ ਹੋਵੇ ਤਾਂ ਉਹਨੂੰ ਲੱਭਦਾ ਰਿਹਾ, ਜੰਗਲਾਂ ਦੇ ਵਿੱਚ ਫਿਰਦਾ ਰਿਹਾ। ਤੇ ਜਦੋਂ ਗੁਰਮੁਖ ਪਿਆਰਿਓ ਇਹਨੂੰ ਨਾ ਲੱਭਿਆ ਕਿਤੋਂ, ਤੇ ਇਹਨੇ ਸੋਚਿਆ ਵੀ ਫਿਰ ਰਿਖੀ ਦੇ ਮਹਾਤਮਾ ਦੇ ਜਾ ਕੇ ਮੱਥੇ ਨਹੀਂ ਲੱਗਣਾ, ਇਉਂ ਕਰਦਾ ਆਪਣਾ ਜੀਵਨ ਹੀ ਸਮਾਪਤ ਕਰ ਦਿੰਦਾ। ਇਹਨੇ ਚਿਖਾ ਚੁਣ ਲਈ, ਲੱਕੜਾਂ ਦੀ ਚਿਖਾ ਚੁਣ ਕੇ ਅੱਗ ਬਾਲ ਕੇ ਜਦੋਂ ਉਹਦੇ ਵਿੱਚ ਬੈਠਣ ਲੱਗਿਆ ਨਾ, ਤੇ ਇੰਨੇ ਨੂੰ ਇਹਦੀ ਘਰਵਾਲੀ ਇਹਦੀ ਰੋਟੀ ਲੈ ਕੇ ਆ ਗਈ, ਇਹਦੀ ਇਸਤਰੀ ਇਹਦਾ ਭੋਜਨ ਲੈ ਕੇ ਆਈ। ਤਾਂ ਉਹਨੇ ਵੇਖਿਆ, ਪੁੱਛਿਆ ਵੀ ਕੀ ਕਰਨ ਲੱਗੇ ਹੋ? ਕਹਿਣ ਲੱਗਾ ਵੀ ਇਸ ਤਰ੍ਹਾਂ ਰਿਖੀ ਜੀ ਨੇ ਬਚਨ ਕੀਤਾ ਸੀ, ਮਹਾਤਮਾ ਨੇ, ਚਤੁਰਭੁਜ ਪੰਛੀ ਮੈਨੂੰ ਮਿਲਿਆ ਨਹੀਂ ਤੇ ਮੈਂ ਆਪਣੇ ਜੀਵਨ ਦਾ ਅੰਤ ਕਰਨ ਲੱਗਿਆ। ਜਦੋਂ ਗੁਰਮੁਖ ਪਿਆਰਿਓ ਇਹਦੀ ਘਰਵਾਲੀ ਨੇ ਸੁਣਿਆ, ਆਖਿਆ ਐਵੇਂ ਸਾਧ ਨੇ ਤੈਨੂੰ ਭਰਮਾ ਦਿੱਤਾ ਹੋਣਾ, ਐਵੇਂ ਕੋਈ ਗੱਲ ਕਹਿ ਦਿੱਤੀ ਹੋਣੀ, ਚਤੁਰਭੁਜ ਪੰਛੀ ਕਿਹੜਾ ਹੁੰਦਾ, ਮੈਂ ਤਾਂ ਕਦੇ ਦੇਖਿਆ ਸੁਣਿਆ ਨਹੀਂ। ਤੇ ਇਹਨੇ ਕੀ ਕੀਤਾ ਗੁਰਮੁਖ ਪਿਆਰਿਓ, ਇਹਨੇ ਆਪਣਾ ਛੁਰਾ ਕੱਢਿਆ ਤੇ ਆਪਣੀ ਘਰਵਾਲੀ ਦੇ ਪਿੱਛੇ ਪੈ ਗਿਆ। ਕਹਿੰਦਾ ਤੂੰ ਐਵੇਂ ਕਹਿੰਦੀ, ਸਾਧੂ ਝੂਠ ਬੋਲਦੇ ਹੁੰਦੇ ਆ, ਕਿਤੇ ਸਾਧੂ ਝੂਠ ਨਹੀਂ ਬੋਲਦੇ, ਮਹਾਤਮਾ ਝੂਠ ਨਹੀਂ ਬੋਲਦੇ ਹੁੰਦੇ। ਉਹ ਸੁੱਟ ਕੇ ਪ੍ਰਸ਼ਾਦਾ ਪਾਣੀ ਉਹ ਵਿਚਾਰੀ ਦੌੜ ਗਈ, ਭੱਜ ਗਈ। ਇਹਨੇ ਕੁਝ ਦੇਰ ਬਾਅਦ ਫਿਰ ਇਹ ਸੰਕਲਪ ਕੀਤਾ ਕਿ ਨਹੀਂ, ਹੁਣ ਜੀਵਨ ਸਮਾਪਤ ਕਰ ਲੈਣਾ ਚਾਹੀਦਾ ਹੈ। ਚਿਖਾ ਦੇ ਵਿੱਚ ਬੈਠਣ ਲੱਗਾ ਤੇ ਐਨੇ ਨੂੰ ਭਗਵਾਨ ਜੀ ਚਤੁਰਭੁਜ ਪੰਛੀ ਦਾ ਰੂਪ ਧਾਰ ਕੇ ਸੱਚਮੁੱਚ ਇਹਦੇ ਆਲੇ ਦੁਆਲੇ ਫਿਰਨ ਲੱਗੇ। ਜਦੋਂ ਉਹਨੇ ਵੇਖਿਆ ਵੀ ਆਹ ਚਤੁਰਭੁਜ ਪੰਛੀ ਲੱਗਦਾ ਹੈ, ਇਹ ਉਹਨਾਂ ਦੇ ਪਿੱਛੇ ਪਿੱਛੇ ਦੌੜ ਪਿਆ। ਭਗਵਾਨ ਜੀ ਚਤੁਰਭੁਜ ਪੰਛੀ ਦੇ ਰੂਪ ਵਿੱਚ ਅੱਗੇ ਅੱਗੇ ਜਾਂਦੇ ਆ ਤੇ ਇਹ ਪਿੱਛੇ ਪਿੱਛੇ। ਕੰਡਿਆਂ ਝਾੜੀਆਂ ਦੇ ਵਿੱਚ ਇਹਦੇ ਸਰੀਰ ਦਾ ਇੱਕ ਇੱਕ ਰੋਮ ਵਿੰਨਿਆ ਗਿਆ, ਸਾਰੇ ਸਰੀਰ ਦੇ ਉੱਤੇ ਝਰੀਟਾਂ ਪੈ ਗਈਆਂ, ਪਰ ਚਤੁਰਭੁਜ ਪੰਛੀ ਹੱਥ ਕਿੱਥੇ ਆਵੇ। ਜਦੋਂ ਹੱਥ ਨਾ ਆਇਆ ਤਾਂ ਗੁਰਮੁਖ ਪਿਆਰੇ ਇਹਨੇ ਕੀ ਕੀਤਾ, ਆਪਣਾ ਉਹੀ ਛੁਰਾ ਕੱਢਿਆ ਜਿਹੜਾ ਘਰਵਾਲੀ ਦੇ ਮਾਰਨ ਲੱਗਿਆ ਸੀ ਤੇ ਆਪਣਾ ਜੀਵਨ ਖਤਮ ਕਰਨ ਲੱਗਿਆ ਵੀ ਹੁਣ ਮਹਾਤਮਾ ਦੇ ਕੋਲ ਤਾਂ ਪਹੁੰਚ ਨਹੀਂ ਸਕਦਾ, ਬਿਨਾਂ ਚਤੁਰਭੁਜ ਪੰਛੀ ਲਏ ਤੋਂ ਦਿਖਿਆ ਵੀ ਤੇ ਉਹਨੂੰ ਫੜ ਨਹੀਂ ਸਕਿਆ, ਜੀਵਨ ਸਮਾਪਤ ਕਰ ਲੈਣਾ। ਜਦੋਂ ਇਹ ਮਾਰਨ ਲੱਗਿਆ ਤੇ ਇੰਨੇ ਨੂੰ ਭਗਵਾਨ ਜੀ ਨੇ ਕਲਾ ਵਰਤਾਈ, ਇੱਕ ਝਾੜੀ ਦੇ ਵਿੱਚ ਜਾਣ ਬੁੱਝ ਕੇ ਫਸ ਕੇ ਖੜੇ ਹੋ ਗਏ। ਹੁਣ ਝਾੜੀ ਵਿੱਚ ਫਸੇ ਤੇ ਇਹਨੇ ਜਲਦੀ ਨਾਲ ਆ ਕੇ ਆਪਣਾ ਜਾਲ ਸੁੱਟਿਆ ਤੇ ਜਾਲ ਦੇ ਵਿੱਚ ਬੰਨ੍ਹ ਕੇ ਤੇ ਰਿਖੀ ਜੀ ਦੇ ਕੋਲ ਲੈ ਗਏ। ਜਾ ਕੇ ਕਹਿਣ ਲੱਗਾ, ਮਹਾਤਮਾ ਜੀ ਆਹੀ ਚਤੁਰਭੁਜ ਪੰਛੀ ਕਹਿੰਦੇ ਸੀ ਨਾ? ਉਹ ਕਹਿੰਦੇ ਹਾਂ ਵਾਕਈ, ਕਹਿੰਦੇ ਤੂੰ ਲੈ ਕੇ ਤਾਂ ਸਹੀ ਆਇਆ, ਇਹੀ ਚਤੁਰਭੁਜ ਪੰਛੀ ਹੈ। ਮਹਾਤਮਾ ਨੂੰ ਜਦੋਂ ਪਤਾ ਲੱਗਿਆ ਕਿ ਇਹ ਤਾਂ ਭਗਵਾਨ ਜੀ ਹੈ, ਤਾਂ ਉਸ ਵੇਲੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਉਹ ਜਾਲ, ਉਹ ਫੰਦੇ ਤੋੜੇ ਤੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆ ਚਤੁਰਭੁਜ ਪੰਛੀ ਬਣ ਕੇ ਕਿਉਂ ਇਸ ਤਰ੍ਹਾਂ ਕਰਨਾ ਸੀ, ਚਤੁਰਭੁਜ ਜਾਨਵਰ ਬਣੇ ਆ ਤੁਸੀਂ। ਤਾਂ ਉਸ ਵੇਲੇ ਆਖਿਆ, ਰਿਖੀ ਜੀ ਮਹਾਤਮਾ ਜੀ ਤੁਸੀਂ ਬਚਨ ਕੀਤਾ ਸੀ ਤੇ ਤੁਹਾਡਾ ਬਚਨ ਤਾਂ ਪੂਰਾ ਕਰਨਾ ਹੀ ਸੀ ਨਾ। ਦੂਜਾ ਇਹ ਵੀ ਸ਼ਰਧਾਵਾਨ ਸੀ, ਹੈ ਭਾਵੇਂ ਸ਼ਿਕਾਰੀ ਪਰ ਸ਼ਰਧਾਵਾਨ ਹੈ, ਤੇ ਇਹਦੀ ਸ਼ਰਧਾ ਵੀ ਪੂਰੀ ਕਰਨੀ ਸੀ। ਸੋ ਉਹ ਫੰਦਕ ਉਸ ਤੋਂ ਬਾਅਦ
ਗੁਰਮੁਖ ਪਿਆਰੇ ਜਦੋਂ ਭਗਵਾਨ ਦੇ ਦਰਸ਼ਨ ਹੋ ਗਏ ਚਤੁਰਭੁਜ ਰੂਪ ਦੇ ਵਿੱਚ, ਤਪੱਸਿਆ ਕਰਨ ਬਹਿ ਗਿਆ ਉਹ ਜੰਗਲ ਦੇ ਵਿੱਚ। ਬੜੀ ਭਾਰੀ ਤਪੱਸਿਆ ਕੀਤੀ ਤੇ ਉਹੀ ਤਪਸਵੀ ਭਾਈ ਹਿੰਮਤ ਰਾਏ ਦੇ ਰੂਪ ਦੇ ਵਿੱਚ ਗੁਰਮੁਖ ਪਿਆਰਿਓ ਉੜੀਸਾ ਤੋਂ ਚੱਲ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਜਿਹੜਾ ਪਹੁੰਚਿਆ। ਸੋ ਗੁਰਮੁਖ ਪਿਆਰਿਓ ਉਹਨੇ ਆ ਕੇ ਸਤਿਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ। ਹਿੰਮਤ ਰਾਏ ਦੇ ਸੀਸ ਭੇਟ ਲੈਣ ਤੋਂ ਬਾਅਦ ਚੌਥੀ ਵਾਰ ਭਾਈ ਮੋਹਕਮ ਸਿੰਘ ਜੀ ਉੱਠੇ ਆ, ਮੋਹਕਮ ਚੰਦ ਜੀ, ਜਿਹੜੇ ਗੁਰਮੁਖ ਪਿਆਰਿਓ ਦੁਆਰਕਾ ਤੋਂ ਸਨ ਤੇ ਭਗਤ ਨਾਮਦੇਵ ਜੀ ਦਾ ਅਵਤਾਰ, ਜਿਨ੍ਹਾਂ ਨੂੰ ਮਹਾਂਪੁਰਖਾਂ ਨੇ ਕਥਾ ਵਿੱਚ ਦੱਸਿਆ। ਸੋ ਮਹਾਂਪੁਰਖਾਂ ਨੇ ਇਹ ਜਿਹੜਾ ਸਾਰਾ ਸਰੋਤ ਲਿਆ ਹੈ, ਇਹ ਭਾਈ ਹਰ ਸਿੰਘ ਜੀ ਜੋ ਹਜੂਰੀਆ ਸਿੱਖ ਸਤਿਗੁਰੂ ਜੀ ਦੀ ਡਾਇਰੀ ਰੋਜ਼ਨਾਮਚਾ ਲਿਖਣ ਵਾਲਾ, ਉਹਨਾਂ ਦੀ ਗੁਹਜ ਕਥਾ ਵਿੱਚੋਂ ਇਹ ਬਚਨ ਲਏ ਹੈ। ਤੇ ਉਹਦੇ ਵਿੱਚ ਇਹ ਵੀ ਦੱਸਿਆ ਕਿ ਇਹ ਜਿਹੜੀ ਪੋਥੀ ਹੈ ਸ਼੍ਰੀ ਹਜੂਰ ਸਾਹਿਬ ਵਿਖੇ ਮਹਾਂਪੁਰਖਾਂ ਨੇ ਉੱਥੇ ਇਸ ਪੋਥੀ ਦੇ ਵਿੱਚ ਇਹ ਕਥਾ ਦੇ ਦਰਸ਼ਨ ਕੀਤੇ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੌਥੇ ਸਿੱਖ ਦਾ ਵੀ ਸਿਰ ਕੱਟ ਦਿੱਤਾ ਤੰਬੂ ਦੇ ਵਿੱਚ ਲਿਜਾ ਕੇ। ਪੰਜਵੇਂ ਭਾਈ ਸਾਹਿਬ ਸਿੰਘ ਜੀ ਬਿਦਰ ਦੇ ਰਹਿਣ ਵਾਲੇ ਤੇ ਜਿਹੜੇ ਸੈਣ ਭਗਤ ਜੀ ਦਾ ਅਵਤਾਰ ਸਨ, ਉਹਨਾਂ ਦਾ ਸਿਰ ਵੀ ਲਿਆ। ਇਸ ਤਰ੍ਹਾਂ ਗੁਰਮੁਖ ਪਿਆਰਿਓ ਪੰਜਾਂ ਨੂੰ ਸਤਿਗੁਰ ਮੇਰਾ ਮਾਰ ਜੀ ਵਾਲਾ ਹੈ, ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਲਾਇਆ। ਆਪਣੀ ਜ਼ਾਹਰਾ ਸ਼ਕਤੀ ਦੇ ਨਾਲ ਤੰਬੂ ਦੇ ਵਿੱਚ ਸਤਿਗੁਰੂ ਨੇ ਮੁੜ ਉਹਨਾਂ ਦੇ ਸੀਸ ਜੋੜੇ, ਦੁਬਾਰਾ ਉਹਨਾਂ ਨੂੰ ਜੀਵਤ ਕੀਤਾ। ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, 5 ਬਾਣੀਆਂ ਜਪਜੀ ਸਾਹਿਬ, ਜਾਪ ਸਾਹਿਬ, ਤਵ ਪ੍ਰਸਾਦ ਸਵਈਏ, ਚੌਪਈ ਸਾਹਿਬ ਤੇ ਸੰਪੂਰਨ ਆਨੰਦ ਸਾਹਿਬ ਦਾ ਪਾਠ ਕੀਤਾ। ਉਹਨਾਂ ਪੰਜਾਂ ਦਾ ਬਾਟੇ ਨੂੰ ਹੱਥ ਲਵਾਇਆ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਮਾਤਾ ਸਾਹਿਬ ਦੇਵਾਂ ਜੀ ਨੇ ਆ ਕੇ ਪਤਾਸੇ ਉਹ ਜਲ ਦੇ ਨਿਰਮਲ ਜਲ ਦੇ ਵਿੱਚ ਪਾਏ। ਇਉਂ ਜਿਹੜਾ ਅੰਮ੍ਰਿਤ ਤਿਆਰ ਹੋਇਆ, ਪੰਜਾਂ ਨੂੰ ਸਤਿਗੁਰਾਂ ਨੇ ਵਾਰੋ ਵਾਰੀ ਛਕਾਇਆ। 5-5 ਚੂਲੇ ਉਹਨਾਂ ਦੇ ਸੀਸ ਦੇ ਵਿੱਚ ਪਾਏ ਗਏ, 5-5 ਛੱਟੇ ਉਹਨਾਂ ਦੇ ਨੇਤਰਾਂ ਵਿੱਚ ਮਾਰੇ ਗਏ, 5-5 ਚੂਲੇ ਉਹਨਾਂ ਨੂੰ ਗੁਰਮੁਖ ਪਿਆਰਿਓ ਮੁਖ ਰਾਹੀਂ ਛਕਾਏ ਗਏ। ਤੇ ਹਰ ਵਾਰੀ ਅੰਮ੍ਰਿਤ ਦਾ ਚੂਲਾ ਦੇਣ ਸਮੇਂ ਸਤਿਗੁਰੂ ਜੀ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅੰਮ੍ਰਿਤ ਦਾ ਚੂਲਾ ਦਿੰਦੇ ਨਾਲ ਬੁਲਾਉਂਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਪੰਜਾਂ ਨੂੰ ਸੁੰਦਰ ਬਾਣਿਆਂ ਦੇ ਵਿੱਚ ਸਜਾ ਕੇ ਸੰਗਤ ਦੇ ਸਾਹਮਣੇ 5 ਕਕਾਰੀ ਬਣਾ ਕੇ ਪੇਸ਼ ਕੀਤਾ ਤੇ ਆਖਿਆ ਕਿ ਇਹਨਾਂ ਸਿੱਖਾਂ ਨੇ 5 ਸਿਰ ਭੇਟ ਕੀਤੇ ਆ, ਅੱਜ ਤੋਂ ਇਹ ਮੇਰੇ 5 ਪਿਆਰੇ ਹਨ। ਸਿੱਖ ਆਪਾਂ ਸਾਰੇ ਹੀ ਹੈ, ਪਰ ਸਤਿਗੁਰੂ ਦੇ ਪਿਆਰੇ ਉਹ ਬਣੇ ਜਿਨ੍ਹਾਂ ਨੇ ਸਤਿਗੁਰ ਆਗਿਆ ਸੀਸ ਭੇਟ ਦਿਓ, ਜਿਨ੍ਹਾਂ ਨੇ ਸਤਿਗੁਰੂ ਨੂੰ ਸੀਸ ਭੇਟਾ ਕੀਤਾ, ਉਹ ਗੁਰੂ ਦੇ ਪਿਆਰੇ ਬਣ ਗਏ। ਤੇ ਗੁਰਮੁਖ ਪਿਆਰਿਓ ਕਲਗੀਧਰ ਸੱਚੇ ਪਾਤਸ਼ਾਹ ਦਾ ਗੁਰੂ ਦਾ ਪਿਆਰਾ ਬਣਨਾ ਇਹ ਕੋਈ ਛੋਟੀ ਮੋਟੀ ਗੱਲ ਹੈ, ਛੋਟੀ ਮੋਟੀ ਪਦਵੀ ਹੈ। ਗੁਰੂ ਦਾ ਪਿਆਰਾ ਜਿਹੜਾ ਬਣ ਜਾਵੇ, ਅਸੀਂ ਸਾਰੇ ਕਹਿੰਦੇ ਆ ਗੁਰੂ ਸਾਡਾ ਪਿਆਰਾ, ਪਰ ਗੁਰੂ ਦੇ ਪਿਆਰੇ ਜਿਹੜੇ ਬਣ ਗਏ ਗੁਰਮੁਖ ਪਿਆਰਿਓ, ਕਿੰਨੀ ਵੱਡੀ ਉਹਨਾਂ ਦੀ ਘਾਲਣਾ ਹੋਵੇਗੀ, ਕਿੰਨੀ ਕਮਾਈ ਹੋਵੇਗੀ, ਕਿੰਨੇ ਜਨਮਾਂ ਦੀ ਉਹਨਾਂ ਨੇ ਕਰਨੀ ਕਮਾਈ ਕੀਤੀ ਹੋਏਗੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪੰਜਾਂ ਨੂੰ ਜਦੋਂ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਤੇ ਫਿਰ ਇੱਕ ਹੋਰ ਅਜੀਬ ਘਟਨਾ ਵਾਪਰੀ। ਸਟੇਜ ਦੇ ਉੱਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਡਿਆਂ ਪਰਨੇ ਹੋ ਕੇ ਬਹਿ ਗਏ ਤੇ ਬੇਨਤੀ ਕੀਤੀ। ਬੇਨਤੀ ਰੂਪ ਵਿੱਚ ਸਤਿਗੁਰਾਂ ਨੇ ਬਚਨ ਕੀਤੇ, ਕਹਿੰਦੇ ਖਾਲਸਾ ਜੀ ਤੁਸੀਂ ਅੱਜ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਤਿਗੁਰ ਕੈ ਜਨਮੇ ਗਬਨ ਮਿਟਾਇਆ ਹੈ। ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਹੋ। ਧਰਮ ਚੰਦ ਤੋਂ ਧਰਮ ਸਿੰਘ, ਦਇਆ ਰਾਮ ਤੋਂ ਦਇਆ ਸਿੰਘ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਤੁਸੀਂ ਬਣ ਗਏ ਹੋ। ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਇਹ ਖੰਡੇ ਬਾਟੇ ਦੇ ਪਾਹੁਲ ਮੈਨੂੰ ਵੀ ਬਖਸ਼ਿਸ਼ ਕਰ ਦਿਓ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਹੁਣ ਗੁਰੂ ਅੱਜ ਚੇਲਾ ਬਣਨ ਲੱਗਿਆ। ਦੁਨੀਆ ਦੇ ਇਤਿਹਾਸ ਵਿੱਚ ਨਜ਼ਰ ਮਾਰ ਕੇ ਵੇਖ ਲਓ, ਦੁਨੀਆ ਦੇ ਧਰਮਾਂ ਨੂੰ, ਦੁਨੀਆ ਦੇ ਧਰਮਾਂ ਦੇ ਰਹਿਬਰਾਂ ਨੂੰ ਵੇਖ ਲਓ ਗੁਰਮੁਖ ਪਿਆਰਿਓ। ਇੱਥੇ ਜਦੋਂ ਜਾ ਕੇ ਕੋਈ ਪੁੱਛਦਾ ਇਹ ਕੌਣ ਹੈ, ਤੇ ਦੁਨੀਆ ਦੇ ਧਰਮਾਂ ਦੇ ਲੋਕ ਕਹਿੰਦੇ ਨੇ ਆਹ ਮੇਰੀ ਰਈਅਤ ਆ, ਇਹ ਮੇਰੀਆਂ ਭੇਡਾਂ ਤੇ ਮੈਂ ਇਹਨਾਂ ਨੂੰ ਚਰਾਉਣ ਦੇ ਲਈ ਆਇਆ, ਮੈਂ ਇਹਨਾਂ ਦਾ ਚਰਵਾਹਾ। ਕਿਸੇ ਹੋਰ ਨੂੰ ਪੁੱਛਿਆ ਜਾ ਕੇ ਇਹ ਭਗਵਾਨ ਜੀ ਆ ਦੁਨੀਆ ਦੇ ਲੋਕ ਕੌਣ ਹੈ ਤੇ ਤੁਸੀਂ ਇਹਨਾਂ ਦੇ ਲਈ ਕੀ ਹੋ? ਆਖਿਆ ਇਹ ਮੇਰੇ ਚੇਲੇ ਆ ਤੇ ਮੈਂ ਇਹਨਾਂ ਦਾ ਗੁਰੂ ਆ, ਮੈਂ ਇਹਨਾਂ ਦਾ ਭਗਵਾਨ ਹੈ, ਮੈਂ ਅਵਤਾਰ ਹੈ। ਪਰ ਗੁਰਮੁਖ ਪਿਆਰੋ ਇੱਕੋ ਇੱਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਨੇ ਕਿਸੇ ਨੂੰ ਆਪਣੇ ਚੇਲੇ ਨਹੀਂ ਬਣਾਇਆ, ਆਪਣੀ ਫੌਜ ਨਹੀਂ ਬਣਾਇਆ, ਆਪਣਾ ਖਾਲਸਾ ਨਹੀਂ ਬਣਾਇਆ। ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਤੇ ਇਹ ਖਾਲਸਾ ਜਿਹੜਾ ਇਹ ਵਾਹਿਗੁਰੂ ਦੀ ਹੀ ਫੌਜ ਹੈ, ਇਹ ਮੇਰੀ ਫੌਜ ਨਹੀਂ। ਅਕਾਲ ਜੋ ਕਾਲ ਤੋਂ ਰਹਿਤ ਹੈ,
ਇਹ ਗੁਰਮੁਖ ਪਿਆਰਿਓ, ਕਾਲ ਤੋਂ ਰਹਿਤ ਫੌਜ ਸਤਿਗੁਰਾਂ ਨੇ ਐਸੀ ਸਾਜੀ। ਜਦੋਂ ਪੰਜ ਪਿਆਰੇ ਸੀਸ ਭੇਟ ਕਰ ਰਹੇ ਸਨ, ਜਦੋਂ ਪਹਿਲੇ ਪਿਆਰੇ ਤੋਂ ਪੁੱਛਿਆ, ਭਾਈ ਤੂੰ ਕੌਣ ਹੈ? ਕਿਹਾ ਮੈਂ ਦਇਆ ਰਾਮ। ਸਤਿਗੁਰੂ ਜੀ ਕਹਿੰਦੇ ਵਾਹ ਵਾਹ, ਬਹੁਤ ਚੜ੍ਹਦੀ ਕਲਾ। ਕਹਿੰਦੇ ਧਰਮ ਦੀ ਨੀਂਹ ਰੱਖਣ ਲੱਗੇ ਆ, ਪੰਥ ਸਾਜਣ ਲੱਗੇ ਆ। ਪੰਥ ਵਿੱਚ, ਧਰਮ ਵਿੱਚ ਸਭ ਤੋਂ ਪਹਿਲਾਂ ਦਇਆ ਹੀ ਚਾਹੀਦੀ ਹੈ। ਪੰਜ ਪਿਆਰਿਆਂ ਦੇ ਨਾਂ ਦੇ ਵਿੱਚ ਬਹੁਤ ਵੱਡੀ ਫਿਲਾਸਫੀ ਹੈ ਗੁਰਮੁਖ ਪਿਆਰਿਓ। ਕਹਿੰਦੇ ਧਰਮ ਚਲਾਉਣ ਲੱਗੇ ਆ, ਪੰਥ ਚਲਾਉਣ ਲੱਗੇ ਆ, ਸਭ ਤੋਂ ਪਹਿਲਾਂ ਦਇਆ ਚਾਹੀਦੀ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਦਇਆ ਚਾਹੀਦੀ ਹੈ। ਦਇਆ ਤੋਂ ਬਾਅਦ ਜਦੋਂ ਦੂਜੇ ਪਿਆਰੇ ਆਏ, ਆਖਿਆ ਤੁਸੀਂ ਕੌਣ? ਆਖਿਆ ਜੀ ਧਰਮ ਚੰਦ। ਕਹਿੰਦੇ ਹਾਂ, ਧਰਮ ਦੀ ਹੀ ਨੀਂਹ ਰੱਖਣ ਲੱਗੇ ਆ। ਜੇ ਕਹਿੰਦੇ ਦਇਆ ਆ ਗਈ ਤਾਂ ਧਰਮ ਆਪਣੇ ਆਪ ਆ ਜਾਂਦਾ ਹੈ। ਤੀਜਾ ਪਿਆਰਾ ਭਾਈ ਹਿੰਮਤ ਸਿੰਘ, ਉਹਨਾਂ ਦੇ ਨਾਮ ਤੋਂ ਸਤਿਗੁਰਾਂ ਨੇ ਆਖਿਆ ਜੇ ਦਇਆ ਹੋਵੇਗੀ ਧਰਮ ਵਾਲੇ ਲੋਕਾਂ ਦੇ ਵਿੱਚ, ਧਰਮ ਹੋਵੇਗਾ ਤੇ ਉਹ ਹਿੰਮਤੀ ਵੀ ਹੋਣਗੇ, ਉਹ ਆਲਸੀ ਨਹੀਂ ਹੋਣਗੇ, ਉਹ ਦਰਿਦਰੀ ਨਹੀਂ ਹੋਣਗੇ, ਉਹ ਢੇਰੀ ਢਾਹ ਕੇ ਬੈਠਣ ਵਾਲੇ ਨਹੀਂ ਹੋਣਗੇ, ਉਹਨਾਂ ਵਿੱਚ ਹਿੰਮਤ ਹੋਏਗੀ। ਹਿੰਮਤ ਸਿੰਘ ਆਇਆ। ਇਸੇ ਪ੍ਰਕਾਰ ਮੋਹਕਮ ਸਥਿਤੀ, ਮੋਹਕਮ ਨਾਮ ਹੈ ਸਥਿਤ ਹੋਣ ਦਾ, ਟਿਕਾਓ ਦਾ। ਤੇ ਮੋਹਕਮ ਦਾ ਅਰਥ ਹੈ ਮੋਹ ਦਾ ਕੰਮ ਹੋ ਜਾਣਾ, ਮੋਹ ਦਾ ਘਟ ਜਾਣਾ। ਜਦੋਂ ਮੋਹ ਘਟ ਗਿਆ ਤੇ ਟਿਕਾ ਤਾਂ ਆਪਣੇ ਆਪ ਹੀ ਆ ਗਿਆ, ਕਿਉਂਕਿ ਟਿਕਾ ਤਾਂ ਗੁਰਮੁਖ ਪਿਆਰਿਓ ਉਦੋਂ ਨਹੀਂ ਆਉਂਦਾ। ਸਾਡਾ ਮਨ ਉਦੋਂ ਇੱਧਰ ਉੱਧਰ ਦੌੜਦਾ ਹੈ ਜਦੋਂ ਸਾਡੇ ਮਨ ਦੇ ਵਿੱਚ ਮੋਹਕਮਤਾਈ ਨਹੀਂ ਹੈ, ਸਥਿਤੀ ਨਹੀਂ ਹੈ, ਟਿਕਾਈ ਨਹੀਂ ਹੈ। ਮੋਹ ਅਸੀਂ ਬਹੁਤ ਪਾ ਲੈਂਦੇ ਹਾਂ। ਜਿਸ ਚੀਜ਼ ਦਾ ਮੋਹ ਪਾਉਂਦੇ ਉਹਦੇ ਪਿੱਛੇ, ਉਹਦੀ ਪ੍ਰਾਪਤੀ ਲਈ ਭੱਜਦੇ ਆ, ਦੌੜਦੇ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੋਹਕਮਤਾਈ ਆ ਗਈ। ਹਾਂ, ਹੁਣ ਧਰਮ ਟਿਕੇਗਾ, ਸਥਿਰਤਾ ਆਵੇਗੀ ਇਹਦੇ ਵਿੱਚ। ਜਦੋਂ ਪੰਜਵੇਂ ਪਿਆਰੇ ਸਾਹਿਬ ਸਿੰਘ ਜੀ ਆਏ ਨਾ, ਤੇ ਸਤਿਗੁਰਾਂ ਨੇ ਆਖਿਆ ਹਾਂ, ਜਦੋਂ ਇਸ ਚਾਰੇ ਗੁਣ ਆ ਗਏ, ਦਇਆ, ਧਰਮ, ਹਿੰਮਤ, ਸਥਿਤੀ, ਮੋਹਕਮਤਾਈ, ਤੇ ਫਿਰ ਸਾਹਿਬ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਅੱਜ ਸਾਹਿਬ ਦੀ ਪ੍ਰਾਪਤੀ ਵਾਲੇ ਬਣ ਗਏ ਹੋ। ਅੱਜ ਤੋਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਲੇ ਬਣ ਗਏ ਹੋ। ਤੁਸੀਂ ਵਾਹਿਗੁਰੂ ਜੀ ਦੇ ਖਾਲਸੇ ਹੋ। ਪੰਜ ਪਿਆਰਿਆਂ ਨੇ, ਭਾਈ ਦਇਆ ਸਿੰਘ ਵਰਗਿਆਂ ਨੇ ਪਿਆਰ ਦੇ ਨਾਲ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਇਸ ਤਰ੍ਹਾਂ ਨਾ ਕਰੋ, ਆਪ ਜੀ ਗੁਰੂ ਹੋ ਸਾਡੇ, ਤੁਸੀਂ ਤਾਂ ਦਾਤੇ ਹੋ, ਸਾਨੂੰ ਦਾਤਾਂ ਬਖਸ਼ਣ ਵਾਲੇ ਹੋ, ਤੁਸੀਂ ਭਿਖਾਰੀਆਂ ਦੀ ਤਰ੍ਹਾਂ ਸਾਡੇ ਅੱਗੇ ਹੱਥ ਅੱਡਦੇ ਹੋ, ਇਹ ਗੱਲ ਚੰਗੀ ਨਹੀਂ। ਸਤਿਗੁਰਾਂ ਨੇ ਆਖਿਆ ਨਹੀਂ ਭਾਈ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੀ ਇਸੇ ਤਰ੍ਹਾਂ ਹੈ। ਤੋ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨ ਕੇ, ਸਤਿਗੁਰੂ ਜੀ ਨੂੰ ਆਗਿਆ ਪਾ ਕਰਕੇ, ਫਿਰ ਗੁਰਮੁਖ ਪਿਆਰਿਓ ਇਹਨਾਂ ਪੰਜਾਂ ਪਿਆਰਿਆਂ ਨੇ ਗੋਬਿੰਦ ਰਾਏ ਸਤਿਗੁਰੂ ਜੀ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਬਣਾਇਆ। ਤਾਂ ਹੀ ਸਤਿਗੁਰਾਂ ਨੇ ਬਚਨ ਕੀਤੇ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਕਹਿੰਦੇ ਮੇਰੇ ਵਰਗੇ ਤਾਂ ਗਰੀਬ ਕਰੋੜਾਂ ਹੀ ਫਿਰਦੇ ਸੀ। ਦੇਖੋ ਅਤ ਦੀ ਨਿਮਰਤਾ, ਇਹਨਾਂ ਖਾਲਸਿਆਂ ਨੇ ਮੈਨੂੰ ਸਿੰਘ ਸਜਾ ਦਿੱਤਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੰਘ ਸਜਾਇਆ। ਤੇ ਉਸ ਦਿਨ ਫਿਰ ਔਰੰਗਜ਼ੇਬ ਕੋਲੇ ਜਿਹੜੇ ਸੂਹੀਆਂ ਨੇ, ਜਸੂਸਾਂ ਨੇ ਡਾਇਰੀਆਂ ਲਿਖ ਕੇ ਭੇਜੀਆਂ, ਖਬਰਾਂ ਭੇਜੀਆਂ ਨਾ, ਉਹਦੇ ਵਿੱਚ ਤੇ ਭਾਈ ਹਰ ਸਿੰਘ ਦੀ ਡਾਇਰੀ ਦੇ ਵਿੱਚ ਵੀ ਜ਼ਿਕਰ ਹੈ ਕਿ ਉਸ ਦਿਨ 10 ਲੱਖ ਦਾ ਇਕੱਠ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਪੰਜ ਮੁਕਤਿਆਂ ਨੇ ਅੰਮ੍ਰਿਤ ਛਕਿਆ। ਤੇ ਇਸੇ ਪ੍ਰਕਾਰ ਚਾਰੇ ਸਾਹਿਬਜ਼ਾਦਿਆਂ ਨੇ, ਸਤਿਗੁਰੂ ਜੀ ਦੇ ਤਿੰਨੇ ਮਹਿਲਾ ਨੇ, ਸੁਪਤਨੀਆਂ ਨੇ, ਮਾਤਾ ਗੁਜਰੀ ਜੀ ਨੇ। ਤੇ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਹੈ ਕਿ ਮਾਤਾ ਨਾਨਕੀ ਜੀ, ਸਤਿਗੁਰੂ ਜੀ ਦੇ ਦਾਦੀ ਜੀ, ਉਸ ਵੇਲੇ ਸਰੀਰਕ ਰੂਪ ਦੇ ਵਿੱਚ ਮੌਜੂਦ ਸਨ। ਉਹਨਾਂ ਨੇ ਵੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸੋ ਗੁਰਮੁਖ ਪਿਆਰੋ, ਜਿਹੜਾ ਅੰਮ੍ਰਿਤ ਦੁਨੀਆ ਲੱਭਦੀ ਫਿਰਦੀ ਸੀ, ਦੇਵਤੇ ਲੱਭਦੇ ਸਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੱਜ ਦੇ ਦਿਨ, ਇੱਕ ਵਿਸਾਖ ਵਾਲੇ ਦਿਨ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਆਖਿਆ ਭਾਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਨਮ ਸੁਹੇਲਾ ਕਰਨਾ, ਸਫਲਾ ਕਰਨਾ ਤਾਂ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋਲੇ। ਕਹਿੰਦੇ ਹੋਰ ਕਿਸੇ ਦੇ ਚਰਨਾਂ ਦੀ ਪਾਹੁਲ ਜਾਂ ਨਾਮ ਸ਼ਬਦ ਇਸ ਤਰ੍ਹਾਂ ਨਹੀਂ, ਕਹਿੰਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਪ੍ਰਪਾਟੀ ਤੋਰ ਦਿੱਤੀ ਹੈ। ਗੁਰੂ ਘਰ ਦੇ ਵਿੱਚ ਵੀ ਪਹਿਲਾਂ ਚਰਨ ਪਾਹੁਲ ਦਿੱਤੀ ਜਾਂਦੀ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਗੁਰੂ ਕੀ ਹਜ਼ੂਰੀ ਵਿੱਚ ਪੰਜ ਪਿਆਰੇ ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਰਾਤ ਪੰਜ ਬਾਣੀਆਂ ਪੜ੍ਹ ਕੇ ਬਖਸ਼ਿਸ਼ ਕਰਨਗੇ। ਸਤਿਗੁਰਾਂ ਨੇ ਸਾਰੀ ਰਹਿਤ ਮਰਿਆਦਾ ਬਖਸ਼ਿਸ਼ ਕੀਤੀ। ਜੋ ਰਹਿਤਾਂ ਰੱਖਣ ਵਾਲੀਆਂ ਹਨ ਉਹ ਦਸੀਆਂ, ਜੋ 4 ਬੱਜਰ ਕਰਹਿਤਾਂ ਤੋਂ ਬਚ ਕੇ ਰਹਿਣਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਤੰਬਾਕੂ ਨਹੀਂ ਵਰਤਣਾ, ਪਰਤਨਗਾਮੀ ਨਹੀਂ ਹੋਣਾ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਮਾਸ ਨਹੀਂ ਖਾਣਾ।
ਇਸ ਪ੍ਰਕਾਰ 4 ਵਜਰ ਕੁਰੈਤਾਂ ਤੋਂ ਬਚਣ ਦੇ ਲਈ 5 ਬਾਣੀਆਂ ਦੇ ਨਿਤਨੇਮੀ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਦੇ ਧਾਰਨੀ ਤੇ ਗੁਰਮੁਖ ਪਿਆਰੋ ਧਰਮ ਦੇ ਨਿਯਮਾਂ ਦੇ ਉੱਤੇ ਚੱਲਣ ਵਾਲੇ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਦਿੱਤਾ। ਸੋ ਗੁਰਮੁਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਸ ਦਿਨ ਇਹ ਖਾਲਸਾ ਪੰਥ ਸਾਜਿਆ, ਉਸ ਦਿਨ ਤੋਂ ਵਿਸਾਖੀ ਖਾਲਸਾ ਸਾਜਨਾ ਦਿਵਸ ਬਣ ਗਈ। ਵਿਸਾਖੀ ਨਹੀਂ ਰਹੀ, ਵਿਸਾਖ ਦਾ ਦਿਹਾੜਾ ਨਹੀਂ ਰਿਹਾ, ਇਹ ਖਾਲਸਾ ਸਾਜਨਾ ਦਿਵਸ ਬਣ ਗਿਆ। ਬਹੁਤ ਲੰਬਾ ਸਮਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਵਿਸ਼ੇਸ਼ ਜੋੜ ਮੇਲਾ ਹੁੰਦਾ ਰਿਹਾ, ਭਾਵੇਂ ਕਿ ਹੁਣ ਵੀ ਹੁੰਦਾ ਹੈ। ਪਰ ਬਾਅਦ ਵਿੱਚ ਪੰਥ ਖਾਲਸੇ ਨੇ ਸਾਰੇ ਤਿਉਹਾਰਾਂ ਦੀ ਵੰਡ ਕਰ ਦਿੱਤੀ ਕਿ ਕਿਹੜੇ ਤਖਤ ਸਾਹਿਬ ਤੇ ਜਾਂ ਕਿਸ ਗੁਰ ਅਸਥਾਨ ਤੇ ਕਿਹੜਾ ਤਿਉਹਾਰ ਮਨਾਇਆ ਜਾਣਾ ਹੈ। ਤਾਂ ਉਸ ਤੋਂ ਬਾਅਦ ਜਿਵੇਂ ਗੁਰਮੁਖ ਪਿਆਰੇ ਦੁਸਹਿਰੇ ਦਾ ਤਿਉਹਾਰ ਜਿਹੜਾ ਹੈ ਇਹ ਤਖਤ ਸੱਚਖੰਡ ਅਬਚਲ ਨਗਰ ਨੰਦੇੜ ਸ਼੍ਰੀ ਹਜੂਰ ਸਾਹਿਬ ਵਿਖੇ ਮਨਾਇਆ ਜਾਂਦਾ ਵਿਸ਼ੇਸ਼ ਕਰਕੇ। ਤੇ ਇਸੇ ਤਰ੍ਹਾਂ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਮਾਘੀ ਦਾ ਤਿਉਹਾਰ ਸ਼੍ਰੀ ਮੁਕਤਸਰ ਸਾਹਿਬ ਵਿਖੇ, ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਅਖਾਣ ਮਸ਼ਹੂਰ ਹੈ। ਦੀਵਾਲੀ ਦਾ ਤਿਉਹਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਕਰਕੇ। ਤੇ ਇਸੇ ਤਰ੍ਹਾਂ ਸਿੱਖਾਂ ਦੇ 5ਵੇਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਿੱਚ ਇਹ ਵਿਸਾਖੀ ਦਾ ਦਿਹਾੜਾ ਵਿਸ਼ੇਸ਼ ਕਰਕੇ ਖਾਲਸੇ ਪੰਥ ਵੱਲੋਂ ਇਕੱਤਰਤਾ ਹੁੰਦੀ ਹੈ। ਲੱਖਾਂ ਦੀ ਗਿਣਤੀ ਵਿੱਚ ਗੁਰੂ ਕੀਆਂ ਸੰਗਤਾਂ ਉੱਥੇ ਜਾ ਕੇ ਨਤਮਸਤਕ ਹੁੰਦੀਆਂ, ਅੱਜ ਵੀ ਹੋ ਰਹੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਖਾਲਸਾ ਸਾਜਿਆ ਤੇ ਖਾਲਸਾ ਸਾਜ ਕੇ ਸਾਨੂੰ ਸਾਰਿਆਂ ਨੂੰ ਹੁਕਮ ਕਰ ਦਿੱਤਾ। ਸਤਿਗੁਰਾਂ ਨੇ ਇਹ ਹੁਕਮ ਕੀਤਾ ਕਿ ਹਰ ਇੱਕ ਸਿੱਖ ਉਹ ਖੰਡੇ ਕੀ ਪਾਹੁਲ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇ। ਗੁਰੂ ਘਰ ਦੇ ਵਿੱਚ ਮਰਿਆਦਾ ਹੀ ਇਹ ਬਣ ਦਿੱਤੀ ਕਿ ਗੁਰੂ ਵਾਲਾ ਬਣਿਆ ਹੀ ਅੰਮ੍ਰਿਤ ਛਕ ਕੇ ਜਾ ਸਕਦਾ ਹੈ। ਜੇ ਕੋਈ ਅੰਮ੍ਰਿਤ ਛਕੇ ਤੋਂ ਬਿਨਾਂ ਆਪਣੇ ਆਪ ਨੂੰ ਕਹੀ ਜਾਵੇ ਵੀ ਮੈਂ ਵੀ ਗੁਰੂ ਕਾ ਖਾਲਸਾ, ਮੈਂ ਵੀ ਸਿੱਖ ਹੈ, ਤੇ ਉਹ ਆਪਣੇ ਆਪ ਵਿੱਚ ਬਣਿਆ ਰਹੇ ਪਰ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਕਿ ਇਹ ਖਾਲਸਾ ਹੈ। ਕਿਉਂਕਿ ਸਤਿਗੁਰੂ ਦੀ ਨਜ਼ਰ ਦੇ ਵਿੱਚ ਤਾਂ ਜਿਹੜਾ ਸਤਿਗੁਰੂ ਦਾ ਬਚਨ ਮੰਨਦਾ ਹੈ, ਸਤਿਗੁਰ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਕੋ। ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ, ਉਹਨਾਂ ਬਚਨਾਂ ਨੂੰ ਮੰਨਣ ਵਾਲਾ, ਸਤਿਗੁਰ ਦੀ ਦੱਸੀ ਹੋਈ ਰਹਿਤ ਮਰਿਆਦਾ ਉੱਤੇ ਚੱਲਣ ਵਾਲਾ, ਉਹ ਅਸਲ ਵਿੱਚ ਖਾਲਸਾ ਹੈ। ਕਬੀਰ ਸੇ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਸੋ ਜਿਨ੍ਹਾਂ ਨੇ ਪ੍ਰੇਮਾ ਭਗਤੀ ਸਤਿਗੁਰ ਦੇ ਪਿਆਰ ਦੇ ਵਿੱਚ ਸਤਿਗੁਰ ਦੇ ਬਚਨਾਂ ਨੂੰ ਮੰਨਿਆ, ਉਹ ਗੁਰੂ ਕੇ ਖਾਲਸੇ ਬਣੇ। ਸਤਿਗੁਰਾਂ ਨੇ ਆਖਿਆ ਅੱਜ ਤੋਂ ਬਾਅਦ ਇਹਨਾਂ 5 ਨੂੰ ਮੇਰਾ ਰੂਪ ਕਰਕੇ ਜਾਣਨਾ। ਬਚਨ ਕੀਤੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਹਉ ਖਾਲਸੇ ਕੇ ਸਤ ਸਤ ਸੰਗਾ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਬੇਅੰਤ ਬਖਸ਼ਿਸ਼ਾਂ ਦੇ ਬਚਨ ਕੀਤੇ। ਤੇ ਗੁਰਮੁਖ ਪਿਆਰਿਓ, ਉਹ ਕਾਇਰ ਲੋਕ ਜਿਹੜੇ ਕਹਿੰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਤੱਕੜੀਆਂ ਫੜਨ ਵਾਲੇ, ਸੌਦਾ ਤੋਲਣ ਵਾਲੇ, ਤੇ ਨੰਗੀ ਕਰਦ ਕਦੇ ਅਸੀਂ ਹੱਥ ਵਿੱਚ ਫੜ ਕੇ ਨਹੀਂ ਵੇਖੀ, ਤੇ ਤੁਸੀਂ ਸਾਨੂੰ ਆ ਤਲਵਾਰਾਂ ਪਹਿਨਾ ਰਹੇ ਹੋ ਸਾਡੇ ਗਾਤਰੇ, ਤੇ ਸਾਨੂੰ ਤਿਆਰ ਕਰ ਰਹੇ ਹੋ ਮੁਗਲਾਂ ਜਰਵਾਣਿਆਂ ਦੇ ਨਾਲ ਲੜਨ ਵਾਸਤੇ, ਜਿਹੜੇ ਸਬੂਤਾ ਬੱਕਰਾ ਕੱਲੇ ਕੱਲੇ ਖਾ ਜਾਂਦੇ ਆ। ਕਿਵੇਂ ਅਸੀਂ ਉਹਨਾਂ ਦਾ ਮੁਕਾਬਲਾ ਕਰਾਂਗੇ? ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ, ਹਮ ਤੋਂ ਤੋਲਣ ਜਾਣੈ ਤੱਕੜੀ, ਨੰਗੀ ਕਰਦ ਕਬੂ ਨੇ ਪਕੜੀ। ਚਿੜੀ ਉੱਡੇ ਤੋਂ ਹਮ ਡਰ ਜਾਏ ਹੈ, ਦੁਸ਼ਮਣ ਸਿਓ ਕੈਸੇ ਲੜ ਪਏ ਹੈ। ਮਹਾਰਾਜ ਸੱਚੇ ਪਾਤਸ਼ਾਹ ਦੁਸ਼ਮਣਾਂ ਨਾਲ ਕਿਵੇਂ ਲੜਾਂਗੇ? ਚਿੜੀ ਦੇ ਖੰਭਾਂ ਦੇ ਖੜਾਕ ਦਾ ਜਿਹੜਾ ਖੜਕਾ ਹੁੰਦਾ ਹੈ, ਖੜਾਕ ਸੁਣ ਕੇ ਤਾਂ ਸਾਡੇ ਦਿਲ ਦਹਿਲ ਜਾਂਦੇ ਆ। ਅਸੀਂ ਤੱਕੜੀਆਂ ਦੀਆਂ ਬੋਦੀਆਂ ਫੜਨ ਵਾਲੇ ਮਹਾਰਾਜ ਕਿਰਪਾਨਾਂ ਕਿਵੇਂ ਚਲਾਵਾਂਗੇ? ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਐਸੀ ਵੀਰਤਾ ਭਰੀ, ਐਸੀ ਹਿੰਮਤ ਭਰੀ। ਗੁਰਮੁਖ ਪਿਆਰੋ 7 ਦਿਨਾਂ ਦੇ ਭੁੱਖਣ ਭਾਣੇ ਸਿੰਘ, ਤੇ ਜੇਕਰ ਆ ਕੇ ਕਿਸੇ ਨੇ ਪੁਕਾਰ ਕੀਤੀ ਸਾਡੀਆਂ ਬਹੂ ਬੇਟੀਆਂ ਨੂੰ ਮੁਗਲ ਜਰਵਾਣੇ ਬੰਨ੍ਹ ਕੇ ਲੈ ਕੇ ਜਾ ਰਹੇ ਆ, ਤੇ ਗੁਰਮੁਖ ਪਿਆਰਿਓ ਉਹਨਾਂ 7 ਦਿਨਾਂ ਦੇ ਭੁੱਖੇ ਸਿੰਘਾਂ ਨੇ ਐਸੇ ਖੰਡੇ ਵਾਹੇ, 22 ਹਜ਼ਾਰ ਗੁਰਮੁਖ ਪਿਆਰਿਓ ਆ ਭਾਰਤ ਵਰਸ਼ ਦੀਆਂ ਹਿੰਦੂਆਂ ਦੀਆਂ ਬੇਟੀਆਂ ਨੂੰ ਮੁਗਲਾਂ ਜਰਵਾਣਿਆਂ ਤੋਂ ਛਡਾ ਕੇ ਤੇ ਬਾ ਇੱਜ਼ਤ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਐਸਾ ਖਾਲਸਾ ਸਤਿਗੁਰ ਨੇ ਪੈਦਾ ਕੀਤਾ। ਇਹ ਅੰਮ੍ਰਿਤ ਦੀ ਹੀ ਬਖਸ਼ਿਸ਼ ਸੀ। ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਗੁਰਮੁਖ ਪਿਆਰਿਓ 80 ਸਾਲਾਂ ਦੇ ਨੇੜੇ ਢੁੱਕਿਆ ਹੋਇਆ ਬਜ਼ੁਰਗ, ਅੱਜ ਗੁਰਮੁਖ ਪਿਆਰਿਓ 18 ਸਾਲ ਦੇ ਮੁੰਡਿਆਂ ਦੇ ਗੋਡੇ ਦੁਖਦੇ ਆ। 18 ਸਾਲ ਦਾ ਕੋਈ ਸਿੰਘ ਹੋਵੇ ਗੁਰਮੁਖ ਪਿਆਰਿਓ, ਤੇ ਮਾਫੀ ਚਾਹੁੰਦਾ ਕਿ ਮੁੰਡਾ ਸ਼ਬਦ ਵਰਤਿਆ ਗਿਆ, ਕਿਉਂਕਿ ਮੁੰਡਾ ਨਾਮ ਹੈ ਮੁੰਨੇ ਹੋਏ ਦਾ, ਜਿਹਦਾ ਸਿਰ ਮੂੰਹ ਮੁੰਨਿਆ ਹੋਵੇ। ਤੇ ਗੁਰਮੁਖ ਪਿਆਰੋ ਅਤ ਕਥਨੀ ਵੀ ਨਹੀਂ, ਗਲਤ ਵੀ ਨਹੀਂ, ਕਿਉਂਕਿ ਅੱਜ ਸਿੱਖਾਂ ਦੇ ਘਰ ਵਿੱਚ ਵੀ ਮੁੰਡੇ ਹੀ ਹੈ। ਭੁਜੰਗੀ ਸਿੰਘ ਤਾਂ ਬਹੁਤ ਘੱਟ ਹੈ। ਖਾਲਸਿਆਂ ਦੇ ਵਿੱਚ ਸ਼ਬਦ ਪ੍ਰਚਲਿਤ ਹੈ, ਪੁੱਤਰ ਨੂੰ ਕਹਿੰਦੇ ਆ ਭੁਜੰਗੀ ਸਿੰਘ, ਬੇਟੀ ਨੂੰ ਭੁਜੰਗਣ।
ਪਰ ਗੁਰਮੁਖ ਪਿਆਰਿਓ ਅੱਜ ਸਾਡੇ ਘਰਾਂ ਦੇ ਵਿੱਚ ਵੀ ਮੁੰਡੇ ਹੀ ਹੋ ਗਏ ਨਾ, ਕਿਉਂਕਿ ਮੂੰਹ ਸਿਰ ਮੁੰਨਿਆ ਹੁੰਦਿਆ ਤੇ ਜਿਹਦਾ ਮੁੰਡਨ ਹੋਇਆ ਤੇ ਉਹ ਮੁੰਡਾ ਹੀ ਹੈ। ਸੋ ਗੁਰਮੁਖ ਪਿਆਰਿਓ ਅੱਜ ਨੌਜਵਾਨਾਂ ਦੇ ਗੋਡੇ ਦਿਖਦੇ ਆ, ਕੰਧਾਂ ਨੂੰ ਗੁਰਦਰਬਾਰ ਦੇ ਵਿੱਚ ਜਾ ਕੇ ਵੇਖੀਦਾ ਜਗ੍ਹਾ ਜਗ੍ਹਾ ਦੀਵਾਨ ਲੱਗੇ ਆ। ਬਜ਼ੁਰਗ ਤਾਂ ਭਾਵੇਂ ਗੁਰਮੁਖ ਪਿਆਰਿਓ ਉਹਨਾਂ ਦੀ ਮਜਬੂਰੀ ਹੁੰਦੀ ਹੈ, ਉਹ ਕਿਤੇ ਕੰਧ ਨੂੰ ਢੋ ਲਾ ਕੇ ਬੈਠਣ, ਥੰਮਲੇ ਦੇ ਨਾਲ ਪਿੱਲਰ ਦੇ ਨਾਲ ਉਹ ਢੋ ਲਾ ਕੇ ਬੈਠਣ, ਪਰ ਨੌਜਵਾਨਾਂ ਨੂੰ ਵੇਖੀਦਾ ਗੁਰਮੁਖ ਪਿਆਰਿਓ ਚੰਗੇ ਭਲੇ ਨੌਜਵਾਨ ਬੀਬੀਆਂ, ਨੌਜਵਾਨ ਭਾਈ ਉਹ ਵੀ ਕੰਧਾਂ ਦੇ ਨਾਲ ਲੱਗ ਲੱਗ ਕੇ ਬੈਠਣਗੇ। ਕਾਰਨ ਕੀ ਹੈ ਕਿ ਅਸੀਂ ਢਹਿੰਦੀ ਕਲਾ ਵਿੱਚ ਚਲੇ ਗਏ ਆ, ਅਸੀਂ ਸਤਿਗੁਰੂ ਦੇ ਉਹ ਖਾਲਸੇ ਨਹੀਂ ਰਹੇ। ਨਾ ਸਾਡੀਆਂ ਉਹ ਖੁਰਾਕਾਂ, ਨਾ ਸਾਡੀ ਉਹ ਤਨ ਦੀ ਖੁਰਾਕ ਰਹੀ ਹੈ ਤੇ ਨਾ ਸਾਡੇ ਮਨ ਦੀ ਖੁਰਾਕ ਬਾਣੀ ਸਾਡੇ ਕੋਲ ਰਹੀ ਹੈ। ਅਸੀਂ ਛਕੇ ਹੀ ਨਹੀਂ ਉਹ ਭੋਜਨ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਗੁਰਮੁਖ ਪਿਆਰਿਓ ਉਹ ਅੰਮ੍ਰਿਤ ਭੋਜਨ ਛਕੇ ਹੀ ਨਹੀਂ, ਸਤਿਗੁਰਾਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਹੀ ਨਹੀਂ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਗੁਰਮੁਖ ਪਿਆਰਿਓ ਸਤਿਗੁਰਾਂ ਨੇ ਉਹ ਅੰਮ੍ਰਿਤ ਬਖਸ਼ਿਸ਼ ਕੀਤਾ। 35,000 ਮੁਗਲਾਂ ਦੇ ਨਾਲ ਲੜ ਕੇ ਗੁਰਮੁਖ ਪਿਆਰਿਓ ਇੱਕੋ ਦਿਨ ਵਿੱਚ ਗੁਰੂ ਕੇ ਖਾਲਸੇ ਨੇ ਝੰਡੇ ਬੁਲੰਦ ਕੀਤੇ, ਖਾਲਸਾ ਰਾਜ ਕਾਇਮ ਕੀਤਾ। ਗੁਰਮੁਖ ਪਿਆਰਿਓ ਕਿੰਨੀਆਂ ਕੁ ਮਿਸਾਲਾਂ ਲਈਏ। ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸਾਂ, 80 ਸਾਲਾਂ ਦਾ ਬਜ਼ੁਰਗ ਤੇ 18 ਸੇਰ ਦਾ ਖੰਡਾ ਹੱਥ ਦੇ ਵਿੱਚ। ਗੁਰਮੁਖ ਪਿਆਰਿਓ 18 ਸੇਰ ਭਾਰ ਚੁੱਕਣਾ ਹੋਵੇ ਨਾ ਨੌਜਵਾਨ ਨੇ, ਪਸੀਨੇ ਛੁੱਟ ਜਾਂਦੇ ਆ। 18 ਸੇਰ ਦਾ ਖੰਡਾ ਬਾਬੇ ਨੇ ਅੰਮ੍ਰਿਤ ਦੀ ਸ਼ਕਤੀ ਦੇ ਨਾਲ ਮੈਦਾਨੇ ਜੰਗ ਵਿੱਚ ਵਾਹਿਆ, ਦੁਸ਼ਮਣਾਂ ਦੇ ਆਹੂ ਲਾਉਂਦਾ ਗਿਆ। ਤੇ ਗੁਰਮੁਖ ਪਿਆਰਿਓ ਇਹ ਅੰਮ੍ਰਿਤ ਦੀ ਸ਼ਕਤੀ ਸੀ। ਜਿਉਂਦੇ ਜੀ ਤਾਂ ਉਹਨਾਂ ਨੇ ਲੜਨਾ ਸੀ, ਸਿਰ ਧੜ ਦੇ ਨਾਲੋਂ ਅਲੱਗ ਹੋ ਗਿਆ। ਅੰਮ੍ਰਿਤ ਦੀ ਸ਼ਕਤੀ ਵੇਖੋ, ਬਾਬਾ ਦੀਪ ਸਿੰਘ ਜੀ ਨੇ ਆਪਣਾ ਕੱਟਿਆ ਹੋਇਆ ਸੀਸ ਤਲੀ ਦੇ ਉੱਤੇ ਰੱਖ ਕੇ ਤੇ ਗੁਰਮੁਖ ਪਿਆਰਿਓ ਦੂਜੇ ਹੱਥ ਨਾਲ ਖੰਡਾ ਵਾਹੁੰਦਾ ਗਿਆ। ਮੁਗਲਾਂ ਨੂੰ ਭਾਜਣਾ ਪੈ ਗਈਆਂ। ਕਹਿੰਦੇ ਭੱਜ ਲਓ ਜਾਨ ਬਚਾ ਕੇ। ਕਹਿੰਦੇ ਵੀ ਭੱਜੇ ਕਿਉਂ ਜਾਂਦੇ ਹੋ? ਕਹਿੰਦੇ ਜੀ ਜਿਉਂਦਿਆਂ ਨੂੰ ਤਾਂ ਮਾਰ ਦਈਏ, ਜਿਹੜੇ ਮਰੇ ਹੋਏ ਲੜ ਰਹੇ ਆ ਇਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ? ਇਹ ਅੰਮ੍ਰਿਤ ਦੀ ਸ਼ਕਤੀ ਸੀ ਗੁਰਮੁਖੋ, ਇਹ ਅੰਮ੍ਰਿਤ ਦੀ ਹੀ ਸ਼ਕਤੀ ਸੀ ਕਿ 4.5 ਫੁੱਟ ਦਾ ਕੱਦ ਭਾਈ ਬਚਿੱਤਰ ਸਿੰਘ ਜੀ ਤੇ ਹਾਥੀ ਦੇ ਨਾਲ ਮੁਕਾਬਲਾ ਕਰ ਰਿਹਾ। ਕਦੇ ਬੰਦੇ ਹਾਥੀਆਂ ਦਾ ਮੁਕਾਬਲਾ ਕਰਦੇ ਵੇਖੇ ਆ ਗੁਰਮੁਖੋ? ਇਹ ਅੰਮ੍ਰਿਤ ਦੀ ਸ਼ਕਤੀ ਹੈ, ਇਹ ਬਾਜਾਂ ਵਾਲੇ ਦੀ ਬਖਸ਼ਿਸ਼ ਕੀਤੀ ਹੋਈ ਸ਼ਕਤੀ ਹੈ। ਉਹਨੇ ਹਾਥੀਆਂ ਦੇ ਨਾਲ ਬੰਦਿਆਂ ਨੂੰ ਲੜਾ ਦਿੱਤਾ। ਹਾਥੀਆਂ ਦਾ ਮੁਕਾਬਲਾ ਬੰਦਿਆਂ ਨੇ ਕੀਤਾ। ਲੋਹੇ ਦੇ ਤਵਿਆਂ ਨੂੰ ਚੀਰਦੀ ਹੋਈ ਨਾਗਣੀ ਭਾਈ ਬਚਿੱਤਰ ਸਿੰਘ ਦੀ ਤੇ ਹਾਥੀ ਦੇ ਮੱਥੇ ਵਿੱਚ ਧਸ ਗਈ ਜਾ ਕੇ। ਚੀਕਾ ਮਾਰਦਾ ਹਾਥੀ ਪਿਛਾਂ ਨੂੰ ਭੱਜਿਆ। ਦੁਨੀਆ ਦੇ ਲੋਕ ਦੇਖ ਕੇ ਹੈਰਾਨ ਹੋਏ ਵੀ ਆਹ ਕਾਹਦੀ ਸ਼ਕਤੀ ਹੈ? ਆਖਿਆ ਇਹ ਗੁਰੂ ਕੇ ਅੰਮ੍ਰਿਤ ਦੀ ਸ਼ਕਤੀ ਹੈ। ਗੁਰੂ ਕਾ ਅੰਮ੍ਰਿਤ ਜਿਹੜਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਜਿਸ ਅੰਮ੍ਰਿਤ ਨੂੰ ਗੁਰਮੁਖ ਪਿਆਰਿਓ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਔਰ ਸਤਿਗੁਰਾਂ ਨੇ ਐਸਾ ਅੰਮ੍ਰਿਤ ਬਖਸ਼ਿਸ਼ ਕੀਤਾ, ਸ਼ਾਹ ਸਿਕੰਦਰ ਲੱਭੇ ਆਬੇ ਹਯਾਤ ਨੂੰ, ਭੌਂਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਪੀ ਨਾ ਸਕਿਆ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਸ਼ਾਹ ਸਿਕੰਦਰ ਅੰਮ੍ਰਿਤ ਨੂੰ ਲੱਭਦਾ ਰਿਹਾ ਸਾਰੀ ਜ਼ਿੰਦਗੀ। ਅੰਤ ਅੰਮ੍ਰਿਤ ਦੇ ਸੋਮੇ ਅੰਮ੍ਰਿਤ ਦੇ ਕੁੰਡ ਦੇ ਉੱਤੇ ਪਹੁੰਚਿਆ। ਹਥੇਲੀ ਵਿੱਚ ਅੰਮ੍ਰਿਤ ਦਾ ਚੂਲਾ ਲੈ ਲਿਆ। ਜਦੋਂ ਛਕਣ ਲੱਗਿਆ ਤੇ ਕੁਦਰਤ ਦਾ ਵਰਤਾਰਾ ਐਸਾ ਵਰਤਿਆ, ਇੱਕ ਗਿਰਜ ਸਾਹਮਣੇ ਲਹੂ ਲਹਾਨ ਹੋਈ ਬੈਠੀ ਤੇ ਉੱਚੀ ਉੱਚੀ ਹੱਸ ਪਈ ਵੇਖ ਕੇ। ਆਖਿਆ ਨਾ ਛਕੀ। ਰੁਕ ਗਿਆ। ਆਖਿਆ ਵੀ ਕੀ ਗੱਲ, ਮੈਂ ਤਾਂ ਸਾਰੀ ਉਮਰ ਇਹ ਅੰਮ੍ਰਿਤ ਨੂੰ ਲੱਭਦਾ ਰਿਹਾ, ਇਹ ਅੰਮ੍ਰਿਤ ਛਕ ਕੇ ਅਮਰ ਹੋਣ ਲੱਗਿਆ। ਕਹਿੰਦੀ ਮੈਂ ਵੀ ਛਕਿਆ ਸੀ, ਵੇਖੋ ਹੁਣ ਮੌਤ ਮੈਨੂੰ ਆਉਂਦੀ ਨਹੀਂ ਤੇ ਮੇਰੇ ਸਰੀਰ ਦਾ ਹਾਲ ਕੀ ਹੋਇਆ। ਜੇ ਇਹੋ ਜਿਹੀ ਹਾਲਤ ਕਰਾਉਣੀ ਹੈ ਤਾਂ ਛਕ ਲਾ, ਤੇ ਜੇ ਤੈਨੂੰ ਚੰਗੀ ਲੱਗੀ ਮੇਰੀ ਗੱਲ ਫਿਰ ਨਾ ਛਕ ਇਹਨੂੰ। ਤੇ ਉਸ ਵੇਲੇ ਗੁਰਮੁਖ ਪਿਆਰਿਓ ਕਰਮ ਹੈ ਅੰਮ੍ਰਿਤ ਆਣ ਨਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਹੱਥਾਂ ਵਿੱਚ ਚੁੱਕਿਆ ਹੋਇਆ ਅੰਮ੍ਰਿਤ ਡੋਲ ਦਿੱਤਾ। ਸ਼ਾਹ ਸਿਕੰਦਰ ਛਕ ਨਹੀਂ ਸਕਿਆ ਕਿਉਂਕਿ ਕਰਮਾਂ ਵਿੱਚ ਨਹੀਂ ਸੀ ਨਾ। ਸਤਿਗੁਰ ਨੇ ਆਹ ਧਰਤੀ ਦੇ ਉੱਤੇ ਉਹ ਅੰਮ੍ਰਿਤ ਜਿਹਨੂੰ ਦੇਵਤੇ ਵੀ ਤਰਸਦੇ ਆ ਕਿ ਸਾਨੂੰ ਮਿਲ ਜਾਵੇ, ਸਾਨੂੰ ਬਖਸ਼ਿਸ਼ ਕੀਤਾ। ਨਰ ਮਨੁੱਖਾਂ ਨੂੰ ਏਕ ਨਿਧਾਨਾ, ਚਾਹੇ ਇਸਤਰੀ ਆਵੇ ਚਾਹੇ ਕੋਈ ਭਾਈ ਆਵੇ, ਸਾਰਿਆਂ ਨੂੰ ਇੱਕੋ ਹੀ ਅੰਮ੍ਰਿਤ ਛਕਾਇਆ ਜਾਂਦਾ, ਇੱਕੋ ਹੀ ਨਾਰਾ, ਇੱਕੋ ਹੀ ਜਕਾਰਾ ਸਾਰਿਆਂ ਨੂੰ ਦਿੱਤਾ ਜਾਂਦਾ। ਜੇ ਭਾਈ ਅੰਮ੍ਰਿਤ ਛਕਦਾ ਤੇ ਸਤਿਗੁਰੂ ਜੀ ਦਾ ਸਰੂਪ ਪੰਜ ਪਿਆਰੇ ਕਹਿੰਦੇ ਆ ਅੰਮ੍ਰਿਤ ਛਕਾਉਣ ਵੇਲੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੇ ਬੀਬੀ ਛਕਦੀ ਆ ਤੇ ਬਰਾਬਰਤਾ ਦਿੱਤੀ ਹੈ। ਬੀਬੀ ਨੂੰ ਵੀ ਇਹੀ ਆਖਿਆ ਜਾਂਦਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਦੇ ਸੁਣਿਆ ਕਿਤੇ ਕਿਹਾ ਗਿਆ ਹੋਵੇ ਵੀ ਬੋਲ ਵਾਹਿਗੁਰੂ ਜੀ ਕੀ ਖਾਲਸੀ? ਵਾਹਿਗੁਰੂ ਜੀ ਕਾ ਖਾਲਸਾ ਹੀ ਬੁਲਾਇਆ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਬਰਾਬਰਤਾ ਦਿੱਤੀ ਹੈ। ਸੋ ਭਾਈ ਬਾਕੀ ਧਰਮਾਂ ਦੇ ਵਿੱਚ
ਜਿੱਥੇ ਕੋਈ ਇਸਤਰੀ ਨੂੰ ਪੈਰ ਦੀ ਜੁੱਤੀ ਕਹਿੰਦਾ ਹੈ, ਕੋਈ ਕਹਿੰਦਾ ਇਹ ਤਾੜਨ ਦੀ ਅਧਿਕਾਰੀ ਹੈ, ਕੋਈ ਕਹਿੰਦਾ ਇਹਨੂੰ ਪਰਦੇ ਵਿੱਚ ਰੱਖਣਾ ਚਾਹੀਦਾ ਹੈ। ਗੁਰਮੁਖ ਪਿਆਰਿਓ ਦਾਸੀ ਬਣਾ ਕੇ ਰੱਖਦੇ ਆ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਬਰਾਬਰਤਾ। ਜੇ ਗੁਰੂ ਕਾ ਸਿੱਖ ਤਾਬਿਆ ਬੈਠ ਕੇ ਗੁਰਬਾਣੀ ਦਾ ਪਾਠ ਕਰ ਸਕਦਾ, ਬੀਬੀਆਂ ਕਰ ਸਕਦੀਆਂ। ਗੁਰੂ ਕਾ ਸਿੱਖ ਪੰਜ ਕਕਾਰ ਧਾਰਨ ਕਰੇਗਾ ਤੇ ਬੀਬੀਆਂ ਵੀ ਅੰਮ੍ਰਿਤ ਛਕ ਕੇ ਗੁਰੂ ਕੀਆਂ ਸਿੰਘਣੀਆਂ, ਗੁਰੂ ਕੀਆਂ ਬੱਚੀਆਂ ਬਣ ਜਾਂਦੀਆਂ। ਸਿੰਘਾਂ ਨੂੰ, ਸਿੱਖਾਂ ਨੂੰ ਸਤਿਗੁਰ ਨੇ ਸਿੰਘ ਲਕਬ ਦਿੱਤਾ, ਬੀਬੀਆਂ ਨੂੰ ਕੌਰ ਦਿੱਤਾ। ਤੇ ਉਹਨਾਂ ਨੂੰ ਤਾਂ ਗੁਰਮੁਖ ਪਿਆਰਿਓ 1699 ਦੀ ਵਿਸਾਖੀ ਤੇ 20,000 ਨੇ ਅੰਮ੍ਰਿਤ ਛਕਿਆ, 20,000 ਨੇ ਇੱਕੇ ਦਿਨ। ਔਰੰਗਜ਼ੇਬ ਕੋਲ ਜਿਹੜੀਆਂ ਰਿਪੋਰਟਾਂ ਭੇਜੀਆਂ ਸੂਈਆਂ ਨੇ, ਉਹਦੇ ਵਿੱਚ ਲਿਖਿਆ ਕਿ 20,000 ਬੰਦਾ 1 ਲੱਖ ਦੇ ਵਿੱਚੋਂ ਇੱਕੇ ਦਿਨ ਅੰਮ੍ਰਿਤ ਛਕ ਗਿਆ 1699 ਦੀ ਵਿਸਾਖੀ ਤੇ। ਗੁਰਮੁਖੋ ਉਹਨਾਂ ਨੇ ਤਾਂ ਸਿਰ ਭੇਟ ਕਰਕੇ ਅੰਮ੍ਰਿਤ ਲਿਆ। ਅੱਜ ਤਾਂ ਸਤਿਗੁਰੂ ਜੀ ਸਾਡੇ ਤੋਂ ਸਿਰ ਵੀ ਨਹੀਂ ਮੰਗਦੇ ਨਾ, ਫਿਰ ਅਸੀਂ ਅੰਮ੍ਰਿਤ ਤੋਂ ਮੁਨਕਰ ਕਿਉਂ ਹੈ? ਸਾਡੀ ਹਾਲਤ ਅੱਜ ਐਸੀ ਕਿਉਂ ਹੈ? ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਸਾਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਕਿਰਪਾਨ ਪਾਉਣੀ ਸਾਨੂੰ ਭਾਰੀ ਲੱਗਦੀ ਹੈ। ਜੇ ਬੇਨਤੀ ਕਰੋ ਨਾ, ਬੀਬੀ ਜੀ ਅੰਮ੍ਰਿਤ ਛਕ ਲਓ, ਭਾਈ ਸਾਹਿਬ ਅੰਮ੍ਰਿਤ ਛਕ ਲਓ, ਕਹਿੰਦੇ ਜੀ ਅੰਮ੍ਰਿਤ ਤਾਂ ਛਕ ਲਈਏ ਪਰ ਕਿਰਪਾਨ ਦਾ ਭਾਰ ਨਹੀਂ ਚੁੱਕਿਆ ਜਾਂਦਾ, ਕਿਰਪਾਨ ਬੜੀ ਭਾਰੀ ਲੱਗਦੀ ਹੈ। ਹਾਂ ਭਾਈ ਸ਼ਾਮ ਨੂੰ ਠੇਕੇ ਦੇ ਉੱਤੇ ਜਾ ਕੇ ਤੇ ਗੁਰਮੁਖ ਪਿਆਰਿਓ ਉਹ 1.5-2 ਲੀਟਰ ਦੀ ਸ਼ਰਾਬ ਦੀ ਬੋਤਲ ਡੱਬ ਵਿੱਚ ਅੜਾਈ ਫਿਰਦੇ ਆ, ਉਹਦਾ ਭਾਰ ਨਹੀਂ ਲੱਗਦਾ। ਤੇ ਆ 7 ਇੰਚੀ 9 ਇੰਚੀ ਕਿਰਪਾਨ ਦਾ ਕਹਿਣਗੇ ਜੀ ਭਾਰ ਲੱਗਦਾ। ਫਿਰ ਕਈ ਟੁੱਚਰਾਂ, ਕਈ ਮਖੌਲ ਟਿਚਰਾਂ ਕਰਨਗੇ। ਕਹਿੰਦੇ ਜੀ ਅੰਮ੍ਰਿਤ ਤਾਂ ਛਕ ਲਈਏ ਪਰ ਡਰ ਲੱਗਦਾ ਕਿਤੇ ਰਾਤ ਨੂੰ ਸੁੱਤੇ ਪਿਆਂ ਦੇ ਢਿੱਡ ਵਿੱਚ ਨਾ ਵੱਜ ਜਾਵੇ। ਨਾ ਗੁਰਮੁਖ ਪਿਆਰਿਓ ਪੁੱਛਣ ਵਾਲਾ ਹੋਵੇ ਵੀ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਛਕਿਆ 1699 ਦੀ ਵਿਸਾਖੀ ਤੋਂ ਲੈ ਕੇ ਅੱਜ ਤੱਕ, ਆ 2021 ਵਰ੍ਹਾ ਚੱਲ ਰਿਹਾ ਤੇ ਗੁਰਮੁਖ ਪਿਆਰਿਓ ਫਿਰ ਤਾਂ ਕਿਰਪਾਨਾਂ ਵਾਲਿਆਂ ਦੇ ਸਾਰਿਆਂ ਦੀ ਟੰਕੇ ਲੱਗੇ ਹੋਣਗੇ, ਸਾਰੇ ਢਿੱਡ ਪੜਵਾਈ ਫਿਰਦੇ ਹੋਣਗੇ। ਇਹ ਸਾਡੇ ਮਨ ਹਰਾਮੀ ਹੁਜਤਾਂ ਢੇਰ। ਜਦੋਂ ਮਨ ਹਰਾਮਪੁਣਾ ਕਰਦਾ ਨਾ ਤੇ ਗੁਰਮੁਖ ਪਿਆਰਿਓ ਬਹਾਨੇ ਬੜੇ ਘੜਦਾ। ਬੀਬੀਆਂ ਨੂੰ ਕਹੋ ਅੰਮ੍ਰਿਤ ਛਕ ਲਓ, ਬਾਬਾ ਜੀ ਅੰਮ੍ਰਿਤ ਤਾਂ ਛਕ ਲਈਏ ਪਰ ਕਿਰਪਾਨ ਭਾਰੀ ਲੱਗਦੀ ਹੈ। ਬੀਬੀਆਂ ਦੇ ਕੰਨਾਂ ਦੇ ਵਿੱਚ, ਨੱਕ ਦੇ ਵਿੱਚ ਗੁਰਮੁਖ ਪਿਆਰਿਓ ਸੋਨੇ ਦੇ ਝੁਮਕੇ ਠੁਮਕੇ, ਹਨਾ, ਇਹ ਇਸ ਤਰ੍ਹਾਂ ਦੇ ਨਾ ਗੁਰਮੁਖ ਪਿਆਰਿਓ ਭਾਵੇਂ ਕਿਲੋ ਦੇ ਪਾ ਦਿਓ ਇੱਕ ਪਾਸੇ, ਉਹ ਭਾਰੇ ਨਹੀਂ ਲੱਗਦੇ। ਤੇ ਕਹਿਣਗੇ ਕਿਰਪਾਨ ਭਾਰੀ ਲੱਗਦੀ ਹੈ, ਕਿਰਪਾਨ ਭਾਰੀ ਲੱਗਦੀ ਹੈ। ਗੁਰਮੁਖ ਪਿਆਰਿਓ ਕਿਉਂਕਿ ਅਸੀਂ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਸੀ ਨਾ, ਅੱਜ ਉਹ ਤੋਂ ਮੁਨਕਰ ਹੋ ਚੱਕਿਆ। ਤਾਂ ਸਾਨੂੰ ਅੰਮ੍ਰਿਤ ਕੌੜਾ ਤੇ ਵਿਖਿਆ ਇਹ ਸ਼ਰਾਬ ਮਿੱਠੀ ਲੱਗਦੀ ਹੈ। ਕੌੜੀ ਸ਼ਰਾਬ ਅੰਦਰ ਲੰਘ ਜਾਂਦੀ ਹੈ, ਮਿੱਠਾ ਅੰਮ੍ਰਿਤ ਲੰਘਣ ਲੱਗਿਆ ਸਾਡਾ ਸੰਗ ਕੁੱਟਿਆ ਜਾਂਦਾ। ਨਹੀਂ ਜੀ ਅੰਮ੍ਰਿਤ ਨਹੀਂ ਛਕ ਸਕਦੇ। ਸੋ ਸਤਿਗੁਰ ਨੇ ਇਹ ਸਾਡੇ ਵਾਸਤੇ ਹੀ ਤਿਆਰ ਕੀਤਾ, ਸਿੱਖਾਂ ਵਾਸਤੇ ਹੀ ਤਿਆਰ ਕੀਤਾ ਹੈ। ਜੇ ਕਿਸੇ ਹੋਰ ਵਾਸਤੇ ਤਿਆਰ ਕੀਤਾ ਹੁੰਦਾ ਤਾਂ ਸਤਿਗੁਰੂ ਉਹਨਾਂ ਨੂੰ ਛਕਾ ਦਿੰਦੇ, ਉਹਨਾਂ ਦੇ ਨਾਂ ਨਾਲ ਖਾਲਸਾ ਲਾ ਦਿੰਦੇ। ਇਸ ਕਰਕੇ ਜੇ ਅਣਖ ਦੇ ਨਾਲ ਜਿਉਣਾ ਹੈ, ਜੁਰਤ ਦੇ ਨਾਲ ਜਿਉਣਾ ਹੈ, ਦੁਨੀਆ ਵਿੱਚ ਸਿਰ ਉਠਾ ਕੇ ਜਿਉਣਾ ਹੈ, ਤੇ ਗੁਰਮੁਖੋ ਸਤਿਗੁਰੂ ਦੇ ਹੁਕਮ ਦਾ ਪਾਲਣ ਕਰੀਏ। ਕਿਉਂਕਿ ਗੁਰੂ ਮੰਤਰ 5 ਪਿਆਰੇ ਬਖਸ਼ਿਸ਼ ਕਰਦੇ ਆ। ਗੁਰੂ ਕੀ ਹਜ਼ੂਰੀ ਵਿੱਚ ਅੰਮ੍ਰਿਤ ਛਕਾ ਕੇ ਸਤਿਗੁਰਾਂ ਨੇ ਬਾਣੀ ਵਿੱਚ ਆਖਿਆ, ਗੁਰ ਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਿਸ਼ਟਣ ਹੈ, ਕੁਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ। ਕਹਿੰਦੇ ਜਿਹੜਾ ਗੁਰਮੰਤਰ ਤੋਂ ਹੀਣਾ ਨਾ, ਕਹਿੰਦੇ ਉਹ ਦੁਨੀਆ ਦੇ ਵਿੱਚ ਕਹਿੰਦੇ ਉਹਦਾ ਤਾਂ ਜਨਮ ਹੀ ਭ੍ਰਿਸ਼ਟ ਹੈ। ਆਪਾਂ ਆਮ ਹੀ ਕਹਿ ਦਿੰਦੇ ਆ ਵੀ ਜਿਹੜਾ ਕਿਸੇ ਗੁਰੂ ਪੀਰ ਦਾ ਨਹੀਂ, ਬੇਦੀਨ ਹੈ, ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ। ਕਹਿੰਦੇ ਛੱਡੋ, ਇਹਦਾ ਕਿਹੜਾ ਕੋਈ ਦੀਨ ਧਰਮ ਹੈ, ਆਪਾਂ ਇਹੋ ਜਿਹੇ ਬੰਦੇ ਨਾਲ ਕੀ ਗੱਲ ਕਰਨੀ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਦਾ ਜਨਮ ਤਰਕਾਰ ਦੇ ਯੋਗ ਆ, ਜਿਹੜਾ ਗੁਰਮੰਤਰ ਤੋਂ ਹੀਣਾ ਗੁਰੂ ਵਾਲਾ ਨਹੀਂ ਬਣਿਆ। ਤੇ ਉਹ ਫਿਰ ਕਹਿੰਦੇ ਕੁੱਤਿਆਂ ਦੀ ਜੂਨ ਵਿੱਚ ਪਵੇਗਾ, ਗਧਿਆਂ ਦੀ ਜੂਨ ਵਿੱਚ ਪਵੇਗਾ, ਸੂਰਾਂ ਦੀ ਜੂਨ ਵਿੱਚ ਪਵੇਗਾ, ਸੱਪਾਂ ਦੀ ਜੂਨ ਵਿੱਚ ਪਵੇਗਾ। ਤੁਲਖਲ ਹੈ, ਮੂਰਖਾਂ ਦੇ ਬਰਾਬਰ ਹੈ। ਮੂਰਖ ਹੈ ਉਹ ਲੋਕ ਜਿਹੜੇ ਅੰਮ੍ਰਿਤ ਦੀ ਨਿੰਦਿਆ ਕਰਦੇ ਆ, ਅੰਮ੍ਰਿਤ ਦਾ ਵਿਰੋਧ ਕਰਦੇ ਆ, ਅੰਮ੍ਰਿਤ ਛਕਣ ਦੇ ਵਾਸਤੇ ਬਹਾਨੇਬਾਜ਼ੀ ਕਰਦੇ ਆ। ਗੁਰਮੁਖੋ ਸਾਨੂੰ ਤਾਂ ਬੜੇ ਵੱਡੇ ਭਾਗਾਂ ਦੇ ਨਾਲ ਸੌਖਾ ਹੀ ਪ੍ਰਾਪਤ ਹੋ ਗਿਆ। ਸਿਰਫ ਪ੍ਰਾਣੀ ਲਿਆ ਜਾਂਦਾ ਨਾ ਕਿ ਅੱਜ ਤੋਂ ਸਿਰ ਗੁਰੂ ਦਾ। ਤੇ ਉਹਨਾਂ ਪਿਆਰਿਆਂ ਵੱਲ ਵੇਖੋ ਜਿਨ੍ਹਾਂ ਨੇ ਆਪਣੇ ਸਿਰ ਕਟਾ ਕੇ ਅੰਮ੍ਰਿਤ ਲਿਆ, ਕਿੱਡੀ ਵੱਡੀ ਭਗਤੀ ਹੋਏਗੀ। ਅੱਜ ਮਾਣ ਸਨਮਾਨ ਸਹਿਤ ਆਪਾਂ ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ ਕਹਿ ਕੇ ਉਹਨਾਂ ਨੂੰ ਚੇਤੇ ਕਰਦੇ ਹਾਂ। ਸੋ ਅੱਜ ਦਾ ਦਿਨ, ਇਹ ਵਿਸਾਖੀ 1699 ਦੀ ਵਿਸਾਖੀ, ਉਸ ਦਿਨ ਤੋਂ ਖਾਲਸਾ ਸਾਜਨਾ ਦਿਵਸ ਆਰੰਭ ਹੋਇਆ। ਬੇਨਤੀ ਹੈ ਭਾਈ ਸਾਰੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕਿਉਂਕਿ ਇਹਦੇ ਨਾਲ ਨੁਕਸਾਨ ਕੋਈ ਨਹੀਂ, ਫਾਇਦਾ ਹੀ ਹੈ। ਅੱਜ ਘਰ ਘਰ ਦੀ ਇਹ ਕਹਾਣੀ ਹੋਈ ਪਈ ਹੈ ਕਿ ਕਹਿੰਦੇ ਆ ਜੀ ਸਾਡੇ ਬੱਚੇ ਕਹਿਣੇ ਵਿੱਚ ਨਹੀਂ ਜੀ, ਨਸ਼ਿਆਂ ਤੇ ਲੱਗੇ, ਮਾੜੀ ਸੰਗਤ ਵਿੱਚ ਹੈ। ਜੇ ਅਸੀਂ ਆਪ ਅੰਮ੍ਰਿਤਧਾਰੀ ਹੋਵਾਂਗੇ, ਆਪ ਗੁਰੂ ਕੀ ਬਾਣੀ ਦੇ ਨਾਲ ਜੁੜੇ ਹੋਵਾਂਗੇ, ਤੇ ਸਾਡੇ ਬੱਚੇ ਵੀ ਗੁਰਮੁਖ ਪਿਆਰਿਓ ਤਾਂ ਹੀ ਜੁੜਨਗੇ ਨਾ, ਉਹ ਸਾਨੂੰ ਵੇਖ ਕੇ। ਕਿਉਂਕਿ ਬਹੁਤਾ ਸਾਡੇ ਸਿੱਖਿਆ ਦੇਣ ਨਾਲ ਨਹੀਂ,
ਸਾਡੇ ਜੀਵਨ ਦਾ ਅਸਰ ਪੈਂਦਾ ਕਿ ਅਸੀਂ ਕਿਹੋ ਜਿਹੇ ਆ। ਬੱਚਿਆਂ ਨੇ ਸਾਡੇ ਵੱਲ ਵੇਖ ਕੇ ਜੇ ਮਾਂ ਕਹੀ ਜਾਵੇ ਵੀ ਬਾਬਾ ਜੀ ਸਾਡੇ ਬੱਚੇ ਦੇ ਸਿਰ ਦੇ ਉੱਤੇ ਹੱਥ ਰੱਖ ਦਿਓ, ਇਹਦੀ ਅਰਦਾਸ ਕਰ ਦਿਓ, ਇਹ ਸੁਖਮਣੀ ਨਹੀਂ ਪੜ੍ਹਦਾ। ਤੇ ਗੁਰਮੁਖ ਪਿਆਰਿਓ, ਜੇ ਮਾਂ ਨੇ ਕਦੇ ਪੜ੍ਹਿਆ ਹੋਵੇ ਸੁਖਮਣੀ ਤਾਂ ਬੱਚਾ ਤਾਂ ਹੀ ਪੜੂਗਾ ਨਾ। ਜੇ ਮਾਂ ਨੇ ਕਦੇ ਜਪਜੀ ਸਾਹਿਬ ਪ੍ਰਕਾਸ਼ ਕਰਕੇ ਵੇਖਿਆ ਹੋਵੇ। ਲਓ, ਸਿੱਖਾਂ ਨੂੰ ਤਾਂ ਗੁਰਮੁਖ ਪਿਆਰਿਓ ਇੱਥੋਂ ਤੱਕ ਨਹੀਂ ਪਤਾ ਬਹੁਤਿਆਂ ਨੂੰ ਵੀ ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ। ਕਹਾਉਂਦੇ ਅਸੀਂ ਸਿੱਖ ਹੈ, ਨਾਂ ਨਾਲ ਸਾਡੇ ਕੌਰ ਲੱਗਦਾ, ਨਾਂ ਨਾਲ ਸਾਡੇ ਸਿੰਘ ਲੱਗਦਾ। ਪਹਿਲੀ ਬਾਣੀ ਆ ਅੰਮ੍ਰਿਤ ਦੀ, ਅੰਮ੍ਰਿਤ ਵੇਲੇ ਦੀ, ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਸੀਂ ਕੀ ਜਾਣਦੇ ਆ ਆਪਣੇ ਧਰਮ ਬਾਰੇ? ਦੂਜੇ ਧਰਮਾਂ ਵਾਲਿਆਂ ਵੱਲ ਵੇਖੋ, ਕੱਲੀ ਕੱਲੀ ਗੱਲ ਉਹ ਉਂਗਲਾਂ ਦੇ ਪੋਟਿਆਂ ਦੇ ਉੱਤੇ, ਉਹਨਾਂ ਦੇ ਟਿਪਸ ਦੇ ਉੱਤੇ ਹੁੰਦੀ ਹੈ। ਮੁਸਲਮਾਨਾਂ ਵੱਲ ਵੇਖ ਲਓ, ਹਰੇਕ ਮੁਸਲਮਾਨ 5 ਵਕਤ ਦਾ ਨਮਾਜ਼ੀ ਹੋਏਗਾ। ਹਰੇਕ ਬੀਬੀ ਸਿਰ ਦੇ ਉੱਤੇ ਚੁੰਨੀ ਲੈ ਕੇ ਰੱਖੇਗੀ, ਜੋ ਉਹਨਾਂ ਦੇ ਧਰਮ ਦੀ ਮਰਿਆਦਾ ਉਹਦੇ ਅਨੁਸਾਰ ਪਰਦਾ ਕਰਕੇ ਰੱਖੇਗੀ। ਪਰ ਗੁਰਮੁਖ ਪਿਆਰੋ, ਇੱਕ ਅਸੀਂ ਆ ਜਿਹੜੇ ਅਗਾਂਹ ਵਧੂ ਹੋਣ ਦੇ, ਐਡਵਾਂਸ ਹੋਣ ਦੇ ਚੱਕਰ ਵਿੱਚ ਆਪਣਾ ਕਰਮ ਧਰਮ ਹੀ ਭੁੱਲ ਗਏ ਆ ਸਾਰਾ ਕੁਝ। ਸੋ ਆਪਣੇ ਕਰਮ ਧਰਮ ਨੂੰ ਨਾ ਭੁੱਲੀਏ, ਗੁਰੂ ਕੀ ਸਿੱਖੀ ਨੂੰ ਅਪਣਾਈਏ, ਤਾਂ ਹੀ ਗੁਰਮੁਖ ਪਿਆਰਿਓ ਸਾਡਾ ਖਾਲਸਾ ਸਾਜਨਾ ਦਿਵਸ ਮਨਾਇਆ ਹੋਇਆ ਸਫਲ ਹੈ। ਹੋਰ ਵੀ ਵਿਸਾਖੀਆਂ ਗੁਰੂ ਘਰ ਦੇ ਵਿੱਚ ਬਹੁਤ ਮਨਾਈਆਂ ਗਈਆਂ। ਇਹ ਬਾਬਾ ਜੀ ਪਹਿਲਾਂ ਜ਼ਿਕਰ ਕਰ ਰਹੇ ਸਨ 1919 ਦੀ ਵਿਸਾਖੀ, ਜਲਿਆਂਵਾਲੇ ਬਾਗ ਦੀ ਵਿਸਾਖੀ ਕਦੇ ਨਹੀਂ ਭੁੱਲ ਸਕਦੀ, ਜਿੱਥੇ ਹਜ਼ਾਰਾਂ ਬੇਦੋਸ਼ਾਂ ਦਾ ਖੂਨ ਡਾਇਰ ਦੀਆਂ ਗੋਲੀਆਂ ਦੇ ਨਾਲ ਵਹਾਇਆ ਗਿਆ। ਤੇ ਗੁਰਮੁਖ ਪਿਆਰਿਓ, ਉਸ ਤੋਂ ਅਗਾਂਹ ਆ ਕੇ ਵੇਖ ਲਓ, ਬਹੁਤੀ ਦੂਰ ਦੀ ਗੱਲ ਨਹੀਂ, 1978 ਦੀ ਵਿਸਾਖੀ, ਜਦੋਂ ਅਖੰਡ ਕੀਰਤਨੀ ਜਥਾ ਅਤੇ ਦਮਦਮੀ ਟਕਸਾਲ ਦੇ 13 ਸਿੰਘਾਂ ਦੀ ਸ਼ਹਾਦਤ ਹੋਈ। ਨਕਲੀ ਨਿਰੰਕਾਰੀਆਂ ਦਾ, ਨਰਕ ਧਾਰੀਆਂ ਦਾ ਜਲਸਾ ਚੱਲ ਰਿਹਾ ਸੀ। ਉਹਨਾਂ ਨੂੰ ਰੋਕਣ ਵਾਸਤੇ ਸਿੰਘ ਗਏ ਕਿ ਗੁਰੂ ਦੀ ਨਿੰਦਿਆ ਨਾ ਕਰੋ ਭਾਈ, ਆਪਣਾ ਤੁਸੀਂ ਜੋ ਕਰਨਾ ਕਰੋ, ਗੁਰੂ ਦੀ ਨਿੰਦਾ ਨਾ ਕਰੋ। ਅਗਾਂਹ ਤੋਂ ਗੋਲੀਆਂ ਚਲਾ ਦਿੱਤੀਆਂ ਗਈਆਂ। 13 ਸਿੰਘਾਂ ਦੀ ਸ਼ਹਾਦਤ ਅੱਜ ਦੇ ਦਿਨ ਹੋਈ, ਜਿੱਥੇ ਅੱਜ ਖਾਲਸਾ ਪੰਥ ਦੀਆਂ ਸਾਰਿਆਂ ਨੂੰ ਵਧਾਈਆਂ। ਉੱਥੇ ਨਾਲ ਹੀ 1919 ਦੇ ਸ਼ਹੀਦਾਂ ਅਤੇ 1978 ਦੇ ਸਮੂਹ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਕੋਟਨ ਕੋਟ ਨਮਸਕਾਰ ਹੈ, ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ ਜਿਹੜੇ ਧਰਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਖੁੱਲੇ ਦਰਸ਼ਨ ਦਿਦਾਰੇ ਇਸੇ ਮੰਚ ਤੋਂ ਹੋਣਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਵੈਸਾਖ ਧੀਰਨ ਕਿਉ ਵਾਢੀਆ, ਜਿੰਨਾ ਪ੍ਰੇਮ ਵਿਛੋਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਸੰਗਰਾਂਦ ਦੇ ਦਿਹਾੜੇ ਉੱਤੇ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਵੀ ਇਹੀ ਹੁਕਮ ਕੀਤਾ ਕਿ ਆ ਬਸੰਤ ਰੁੱਤ ਦੇ ਵਿੱਚ, ਚੇਤ ਵਿਸਾਖ ਦੇ ਮਹੀਨਿਆਂ ਵਿੱਚ ਸਾਰੇ ਪਾਸੇ ਪ੍ਰਫੁੱਲਤਾ ਛਾਈ ਹੁੰਦੀ ਆ, ਸਾਰਾ ਵਾਤਾਵਰਨ ਹਰਿਆ ਭਰਿਆ ਹੁੰਦਾ ਹੈ। ਪਰ ਜਿਹੜੀਆਂ ਵਾਢੀਆਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਅਕਾਲ ਪੁਰਖ ਵਾਹਿਗੁਰੂ ਤੋਂ, ਉਹ ਧੀਰਜ ਕਿਵੇਂ ਧਰਨ? ਆ ਪ੍ਰਤੱਖ ਵਿਸਾਖ ਦੇ ਮਹੀਨੇ ਵਿੱਚ ਵੀ ਤੇ ਮਨੁੱਖਾ ਜਨਮ ਰੂਪੀ ਵਿਸਾਖ ਦੇ ਮਹੀਨੇ ਵਿੱਚ ਵੀ। ਸੋ ਵਿਛੋੜਾ ਨਾ ਸਾਡਾ ਸਤਿਗੁਰੂ ਨਾਲ ਹੋਵੇ, ਸਤਿਗੁਰੂ ਦੇ ਨਾਲ ਮਿਲੀਏ। ਗੁਰੂ ਘਰ ਵਿੱਚ ਮਿਲਣ ਦਾ ਇੱਕੋ ਇੱਕ ਤਰੀਕਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਿੰਘਣੀਆਂ ਸਜੀਏ। ਸੋ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਕੇ, ਤਰਸ ਕਰਕੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰਨ, ਬਾਣੀ ਬਾਣੇ ਦੇ ਨਾਲ ਜੋੜ ਕੇ ਰੱਖਣ। ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ। ਗੁਰਮੁਖ ਪਿਆਰਿਓ, ਖਾਲਸਾ ਸਾਜਨਾ ਦਿਵਸ ਜਾਂ ਖਾਲਸੇ ਦਾ ਜਨਮ ਦਿਹਾੜਾ ਕਰਕੇ ਆਪਾਂ ਅੱਜ ਸਾਰੇ ਮਨਾ ਰਹੇ ਹਾਂ, ਵਧਾਈਆਂ ਦੇ ਰਹੇ ਹਾਂ, ਲੈ ਰਹੇ ਹਾਂ। ਤੇ ਕਈ ਦਿਨ ਪਹਿਲਾਂ ਹੀ ਅੱਜ ਕੱਲ੍ਹ ਤਾਂ ਵਟਸਐਪਾਂ ਦੇ ਉੱਤੇ, ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਐ ਭਰਮਾਰ ਹੋ ਜਾਂਦੀ ਆ ਪੋਸਟਰਾਂ ਦੀ, ਵਧਾਈਆਂ ਦੇਣ ਵਾਲਿਆਂ ਦੀ। ਗੁਰਮੁਖ ਪਿਆਰਿਓ, ਅਸਲ ਵਧਾਈ ਦੇ ਪਾਤਰ ਕੌਣ ਹੈ? ਘਰ ਦੇ ਵਿੱਚ ਆਪਾਂ ਬੱਚੇ ਬੱਚੀ ਦਾ ਜਨਮ ਦਿਨ ਮਨਾਉਂਦੇ ਆ। ਗੁਰਮੁਖ ਪਿਆਰਿਓ, ਵਧਾਈਆਂ ਦੇਣ ਵਾਲੇ ਪਾਰਟੀ ਵਿੱਚ ਆਪਾਂ ਸਾਰੇ ਇਕੱਠੇ ਹੁੰਨੇ ਆ। ਵਧਾਈਆਂ ਕਿਹਨੂੰ ਮਿਲਦੀਆਂ? ਜਿਹਦਾ ਜਨਮ ਦਿਨ ਹੁੰਦਾ ਹੈ ਉਹਨੂੰ ਵਧਾਈਆਂ ਦਿੰਦੇ ਆ ਨਾ, ਉਹਨੂੰ ਹੈਪੀ ਬਰਥਡੇ ਕਹਿੰਦੇ ਆਪਾਂ ਜਾ ਕੇ। ਜਿਹਦਾ ਜਨਮ ਦਿਨ ਹੁੰਦਾ ਹੈ ਉਹਨੂੰ ਵਧਾਈਆਂ ਦਿੰਦੇ ਆ। ਬਾਕੀ ਸਾਰੇ ਆਪਾਂ ਪਾਰਟੀ ਵਿੱਚ ਵੈਸੇ ਸ਼ਾਮਲ ਹੁੰਨੇ ਆ ਖੁਸ਼ੀ ਦੇ ਵਿੱਚ, ਆਪਾਂ ਨੂੰ ਵਧਾਈ ਕੋਈ ਨਹੀਂ ਦਿੰਦਾ। ਇਸੇ ਤਰ੍ਹਾਂ ਅੱਜ ਆਪਾਂ ਖਾਲਸਾ ਸਾਜਨਾ ਦਿਵਸ ਮੌਕੇ ਇਹ ਵਧਾਈਆਂ ਵਿੱਚ, ਇਸ ਪਾਰਟੀ ਦੇ ਵਿੱਚ ਸ਼ਾਮਲ ਸਾਰੇ ਹੀ ਹੈ। ਪਰ ਅਸਲ ਵਧਾਈ ਉਹਨਾਂ ਨੂੰ ਹੈ ਜਿਹੜੇ ਸੱਚਮੁੱਚ ਗੁਰੂ ਕੇ ਖਾਲਸੇ ਬਣ ਗਏ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਜੇ ਆਪਾਂ ਇਹ ਵਧਾਈ ਦੇ ਪਾਤਰ ਬਣਨੇ ਚਾਹੁੰਦੇ ਆ ਤੇ ਗੁਰਮੁਖੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤਾ ਪੀਵੋ ਪਾਹਲ ਖੰਡੇ ਧਾਰ। ਹੋਏ ਜਨਮ ਸੁਹਿਲਾ, ਸਾਡਾ ਇਹ ਮਨੁੱਖਾ ਜਨਮ ਸੁਹਿਲਾ ਹੋਵੇ, ਇਹਦੀ ਸਫਲਤਾ ਹੋਵੇ। ਅਸੀਂ ਵੀ ਉਹਨਾਂ ਪੁਰਾਤਨ ਗੁਰਸਿੱਖਾਂ ਦੇ ਵਾਂਗੂ ਆਪਣਾ ਜਨਮ ਸਫਲਾ ਕਰਕੇ ਜਾਈਏ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।